ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਰੋਜ਼ ਗੁਰੂ ਦੀਆਂ ਗੱਲਾਂ ਕਰਨ ਦਾ, ਸੁਣਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਕਲਾਸ ਦਾ ਮੁੱਖ ਮੰਤਵ ਹੀ ਆਪ ਸਿੱਖਣਾ, ਹੋਰਨਾਂ ਨੂੰ ਸਿਖਾਉਣਾ। ਗੁਰੂ ਦੀ ਵਿਚਾਰਧਾਰਾ, ਜਿੰਨੀ ਕੁ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ, ਇਹ ਸਾਡਾ ਫਰਜ਼ ਬਣਦਾ ਹੈ ਕਿ ਇਸ ਜਾਣਕਾਰੀ ਨੂੰ ਅਸੀਂ ਅੱਗੇ ਸੰਸਾਰ ਵਿੱਚ ਵੰਡੀਏ, ਤਦ ਕਿ ਸਤਿਗੁਰੂ ਜੀ ਦੀ ਸਿੱਖੀ ਦੇਸ਼ਾਂ ਵਿਦੇਸ਼ਾਂ ਵਿੱਚ ਹਰ ਜਗ੍ਹਾ ਉੱਤੇ ਪ੍ਰਫੁੱਲਤ ਹੋਵੇ। ਇਸੇ ਆਸ਼ੇ ਨੂੰ ਰੱਖ ਕੇ ਹੀ ਇਹ ਕਲਾਸ ਜਿਹੜੀ ਸੀ ਆਰੰਭ ਕੀਤੀ ਗਈ। ਤਾਂ ਹਰ ਸੋਮਵਾਰ ਅਸੀਂ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਪੈਨਲ ਮੈਂਬਰਸ ਤਿਆਰੀ ਕਰਕੇ ਜੋ ਸਵਾਲ ਆਪ ਭੇਜਦੇ ਹੋ ਉਹਤੇ ਵਿਚਾਰ ਕਰਕੇ ਇੱਕ ਰਾਏ ਬਣਾ ਕੇ ਆਪ ਜੀ ਦੇ ਨਾਲ ਰੂਬਰੂ ਹੁੰਦੇ ਹਨ। ਇਸ ਸੈਸ਼ਨ ਦੀ ਸੇਵਾ ਵੀ ਰਾਜਾ ਸਿੰਘ ਜੀ ਨਿਭਾਉਂਦੇ ਹਨ। ਅੱਜ ਦੇ ਸੈਸ਼ਨ ਵੀ ਅਸੀਂ ਆਰੰਭ ਕਰ ਰਹੇ ਹਾਂ। ਵੀ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰਨ। ਵੀ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਵਿੱਚ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਅੱਜ ਮੰਡੇ ਹੈ, ਸੋਮਵਾਰ ਹੈ, ਔਰ ਆਪ ਵੱਲੋਂ ਭੇਜੇ ਜੋ ਸਵਾਲ ਨੇ ਉਹਨਾਂ ਦੇ ਉੱਤਰ ਲੈ ਕੇ ਪੈਨਲ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਜੀ। ਅੱਜ ਤਕਰੀਬਨ ਸਾਰੇ ਸਵਾਲ ਜਿਹੜੇ ਨੇ ਉਹ ਗੁਰਬਾਣੀ ਉਚਾਰਨ ਜਾਂ ਗੁਰਬਾਣੀ ਦੇ ਭਾਵ ਨਾਲ ਰਿਲੇਟਡ ਨੇ। ਤੋ ਅਸੀਂ ਇੱਕ ਇੱਕ ਸਵਾਲ ਕਰਕੇ ਆਪ ਨਾਲ ਸਾਂਝਾ ਕਰਾਂਗੇ। ਗੁਰਬਾਣੀ ਸਮੁੰਦਰ ਹੈ, ਇਸ ਕਰਕੇ ਜਿਤਨੀ ਵੀ ਆਪਾਂ ਮਿਹਨਤ ਕਰੀਏ, ਖੋਜ ਕਰੀਏ, ਉਨੀ ਥੋੜ੍ਹੀ ਹੈ। ਇਹ ਅੱਗੇ ਤੋਂ ਅੱਗੇ ਵੱਧਦੀ ਜਾਏਗੀ। ਤੋ ਇਸ ਕਰਕੇ ਅੰਤ ਤਾਂ ਕੋਈ ਨਹੀਂ ਪਾ ਸਕਦਾ, ਪਰੰਤੂ ਉਹਦੇ ਵਿੱਚੋਂ ਹੀਰੇ ਮੋਤੀ ਲੱਭ ਕੇ ਅਸੀਂ ਆਨੰਦ ਜ਼ਰੂਰ ਲੈ ਸਕਦੇ। ਤੋ ਬਾਣੀ ਐਸਾ ਸਾਗਰ ਹੈ ਸਾਧ ਸੰਗਤ ਜੀ, ਜਿਹੜਾ ਹੀਰੇ ਮੋਤੀਆਂ ਨਾਲ ਭਰਿਆ ਪਿਆ। ਸਿਰਫ ਲੋੜ ਹੈ ਉਦਮ ਕਰਕੇ ਉਹਨਾਂ ਨੂੰ ਪ੍ਰਾਪਤ ਕਰ। ਤੋ ਕੋਈ ਵੀ ਨੇਕ ਨੀਤੀ ਦੇ ਨਾਲ ਔਰ ਗੁਰੂ ਦੇ ਰਸਤੇ ਤੇ ਚੱਲ ਕੇ ਇਹਨਾਂ ਹੀਰੇ ਜਵਾਹਰਾਤਾਂ ਨੂੰ ਪ੍ਰਾਪਤ ਕਰ ਸਕਦਾ। ਬਾਣੀ ਵਿੱਚ ਭਗਤ ਰਵਿਦਾਸ ਜੀ ਨੇ ਲਿਖਿਆ ਕਿ ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਐਸਾ ਹੀਰਾ ਹੈ ਵੀ ਜਿਹੜੇ ਸੰਸਾਰੀ ਖਿੱਚਾਂ, ਜਿਨ੍ਹਾਂ ਵਿੱਚ ਸਾਰੀਆਂ ਟੈਂਪਟੇਸ਼ਨਸ, ਲਾਲਚ, ਜਿਹਨਾਂ 'ਚ ਅਸੀਂ ਸਾਰੀ ਉਮਰ ਫਸੇ ਰਹਿੰਦੇ ਹਾਂ, ਜਿਸ ਵੇਲੇ ਬਾਣੀ ਦਾ ਹੀਰਾ ਹੱਥ ਵਿੱਚ ਆ ਜਾਂਦਾ ਤਾਂ ਮਨੁੱਖ ਦੀ ਜੀਵਨ ਜਿਹੜੀ ਹੈ, ਉਹਦੀ ਸੋਚਣੀ, ਉਹਦੀ ਲਾਈਫ ਸਟਾਈਲ ਜਿਹੜੀ ਉਹ ਬੜੀ ਚੇਂਜ ਹੁੰਦੀ। ਆਓ ਅਸੀਂ ਵੀ ਇਸ ਪਾਸੇ ਹੰਬਲਾ ਮਾਰੀਏ, ਸਤਿਗੁਰੂ ਅੱਗੇ ਜੋਦੜੀ ਕਰੀਏ, ਮਿਹਨਤ ਕਰੀਏ, ਉਦਮ ਕਰੀਏ, ਤਾਂ ਕਿਉਂ ਨਹੀਂ, ਜ਼ਰੂਰ ਇੱਕ ਦਿਨ ਆਏਗਾ ਸਾਡੇ ਤੇ ਵੀ ਸਤਿਗੁਰੂ ਕਿਰਪਾ ਕਰ। ਤਾਂ ਆਓ ਸਤ ਸੰਗੀਓ, ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪੈਨਲ ਮੈਂਬਰਸ ਨੂੰ ਬੇਨਤੀ ਕਰਾਂਗਾ ਕਿ ਸੰਗਤ ਨਾਲ ਫਤਿਹ ਸਾਂਝੀ ਕਰਨਗੇ। ਹਾਂਜੀ, ਵੀਰ MP ਸਿੰਘ ਜੀ। ਅਨਮਿਊਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਕਿੱਕਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਵੀਰ ਹਰਜੀਤ ਸਿੰਘ ਜੀ ਹਾਜ਼ਰ ਨੇ। ਆਪ ਨਾਲ ਇੰਟਰੋਡਕਸ਼ਨ ਫਤਿਹ ਉਹਨਾਂ ਨੇ ਪਹਿਲੇ ਸਾਂਝੀ ਕੀਤੀ ਹੈ। ਬਾਕੀ ਵੀਰ ਜਿਹੜੇ ਨੇ ਸਾਡੇ ਪੈਨਲ ਮੈਂਬਰ ਜਿਹੜੇ ਨੇ, ਤਾਂ ਜਗੀਰ ਸਿੰਘ ਜੀ ਆ ਗਏ ਨੇ। ਵੀਰ ਜਗੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤਾਂ ਉਹ ਸਤ ਸੰਗੀਓ, ਕਿਉਂਕਿ ਸਮਾਂ ਦੌੜ ਰਿਹਾ ਔਰ ਅਸੀਂ ਸਵਾਲਾਂ ਵੱਲ ਚੱਲੀਏ, ਮੈਂ ਬੇਨਤੀ ਕਰ ਹਟਿਆ ਕਿ ਅੱਜ ਦੇ ਸਵਾਲ ਤਕਰੀਬਨ ਸਾਰੇ ਹੀ ਗੁਰਬਾਣੀ ਉਚਾਰਨ, ਗੁਰਬਾਣੀ ਦੇ ਭਾਵ ਔਰ ਗੁਰਬਾਣੀ 'ਚ ਆਏ ਕੁਝ ਐਸੇ ਅੱਖਰ ਸ਼ਬਦ ਨੇ ਜਿਹੜੇ ਆਮ ਵਰਤੋਂ 'ਚ ਨਹੀਂ ਆਉਣ ਕਰਕੇ ਸਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
तो पहला सब तो पहला मैं इहो जिहा एक सवाल लेना ਜਿਹੜਾ ਸਰ ਸੁਰਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ ਉਹਨਾਂ ਨੇ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1178 1179 ਤੇ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਇਹੋ ਜਿਹੇ ਇਹ ਜਿਹੜੇ ਆਏ ਨੇ ਸ਼ਬਦ ਮੁੰਝ ਪੁੰਜ ਲੁੰਝ ਸਲੁੰਝ ਬੰਛੇ ਕ੍ਰਿਪਛੇ ਪਵੀਛੇ ਤਿੰਛੇ ਉਰਛੇ ਮਿਰਛੇ ਗੀਧੇ ਸੁਕਲੀਦੇ ਪ੍ਰੀਦੇ ਨੀਧੇ। तो उन्होंने दो गल्लां पुछियां ने, एक तो इन्हां शब्दां दा की भाव की है, तो मेन गल उन्होंने पूछी भी किस भाषा च। तो आओ सर तजिंदर सिंह जी तुसीं कृपा करो सानू इहदे बारे चानना पाओ। ये शब्द सारे गुरु ग्रंथ साहिब दे पन्ना 1178 1179 ते आ रहे। हाँ जी, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ वाहिगुरू जी की फतेह। ਫਤਿਹ। एक मिनट वीर जी, अब पीछे थोड़ा साउंड आ रहा है, मैं उन्हें क्लियर कर दें फिर गल हाँ कर। जी करो जी, क्षमा करना साथ सिंह जी, समा लग रहा है। चलो करो वीर जी। हाँ जी वीर जी, जिवें सर सुरजीत सिंह जी ने सवाल पूछा है, तो आओ गुरबाणी के इन्हां अखरां दे बारे आप जी नाल विचार साझी करिए। तो सब तो पहला असीं लैणे आ भी जिहड़ा ਬੰਛੇ लफ्ज है 1178 अंक के उत्ते इस वाईमान है, गुर सतगुर चरण हम बनछे। इस संस्कृत का जिहड़ा है वो शब्द है, और पंजाबी दे विच वाचना इसनूं कहंदे हन देश भाषा बनछे, चाहुंदे हां। तो इहदा अर्थ है कि चाहुंदे हां असीं, चाहुना। तो इसका बनछे का अर्थ जिहड़ा है वो ये है जी। उस तो बाद है कृपछे, ये भी संस्कृत विचों कृपा तो बनया जी, और छे जिहड़ा लफ्ज बाद विच लगाया है गुजराती भाषा दे विचों है। तो इसका अर्थ है जी कृपा है, कृपा करके यथा साध संगत मेल कर कृपछे, मतलब कृपा करके सानू साध संगत विच मिलाओ। उस तो बाद अगला लफ्ज है पविछे, तो ये भी संस्कृत विचों है, पवित्र तो देश भाषा पविछे पवित्र। आप पविछे का मतलब है पवित्र, यथा हम किए पतत पविछे, कि सानू पतत तो पवित्र कर दिता गुरु की संगत। हुण असीं गल करदे हां तिनछे देश भाषा, तिन्हां दे इहदे विचों लफ्ज है, तिन्हां दे उन्हां दे यथा जात अजात कोई प्रभ ध्यावै सब पूरे मानस तिनछे। भाव उन्हां दे सारे जड़े हन वो जड़े हन मनसा जड़ी है उन्हां दी पूरी हो जाती है, जड़ा प्रभु का नाम जपता है, भावें वो किसी भी जात और आजात के नाल कोई प्रभु आवे, सब पूरे मानस तिनछे उन्हां दे मन दियां जड़ियां भावना हन वो गुरु जी पूरा करते हैं। ये भी 1178 अंक के उपर सवाईमान है जी। हुण अगली गल करते हैं जी असीं उरछे। उरछे जिहड़ा लफ्ज है अधिकरण है, संस्कृत विचों उर का मतलब जिहड़ा हृदय हुंदा, तो देश भाषा 6 गुजरात वाला नाम लगा करके इनू उरछे कहा गया है। तो इसका मतलब है कि उर विखे हृदय विखे, हृदय विच। इनू ही होर विचार दे नाल डॉक्टर गुरचरण सिंह जी ने भी लिखा है, दिल विच से धन वडे वड पूरे हर जन, जिन हर धारिओ हर उरछे। वो वडे भागां वाले हन मनुख जन जिन्हां ने हरि दा नाम अपने हृदय दे विच धारिया है। तो उरछे का मतलब है दिल विच। ये भी 1178 अंक के उपर सवाईमान है जी। हुण अगला गल है मिलछे, मिलो। इहदे भाव हन मिलो, हम टींडे टीम बहुत अत भारी, हर तार कृपा प्रभ मिलछे। भाव असी बड़े नीच हाँ, असी टींडे हाँ, टीम हाँ, भाव बहुत ही मामूली हाँ, अते तुसी अपनी कृपा करो साडे उपर, बहुत कृपा करके भारी कृपा करके सानू प्रभु दे नाल मिला दिओ। तो ये भी 1178 अंक के उपर सवाईमान है। हुण गल करते हैं असी मिलछे। मिलछे की गल हुणे कीती है, लेकिन भाई वीर सिंह जी ने इसके अर्थ इस तरह लिखे हैं कि देश भाषा है, देखो मिल, मम्मे नूं सिहारी ते लल्ले नूं सिहारी मिलीए, यथा हर तार कृपा प्रभ मिलछे। गुरु जी कृपा करके साडे दे उपर सानू प्रभु नूं मिला दिओ। ये भी 1178 अंक के उपर सवाईमान। हुण अगली गल है मंझ। मंझ का मतलब मैं।
ਮੰਝ ਕੁਚਜੀ ਅਮਾਮਨ ਡੋਸੜੇ। ਆ ਮੈਂ ਕੁਚਜਾ ਹਾਂ, ਮੇਰੇ ਕੋਲ ਕੋਈ ਚੱਜ ਨਹੀਂ ਹੈ, ਮੇਰੇ ਕੋਲ ਕੋਈ ਗੁਣ ਨਹੀਂ ਹੈ, ਔਰ ਇੰਨੇ ਮੇਰੇ ਅੰਦਰ ਪਾਪ ਹਨ, ਔਗਣ ਹਨ ਕਿ ਉਹ ਅਮਾਵਨ ਭਾਵ ਉਹਨਾਂ ਦੀ ਮੈਂ ਗਿਣਤੀ ਵੀ ਨਹੀਂ ਦੱਸ ਸਕਦਾ ਕਿ ਉਹ ਕਿੰਨੇ ਜਿਹੜੇ ਹਨ ਔਗਣ ਹਨ ਜਿਹੜੇ ਮੇਰੇ ਅੰਦਰ ਹਨ। ਮੈਨੂੰ ਮੁਝੇ ਮਤ ਹੋਵੇ ਮੰਝ ਲਿਖਾਵਾ ਹੈ। ਵਾਰ ਅੰਕਲੀ ਦੇ ਵਿੱਚ ਮਹਲਾ ਪੰਜਵਾਂ ਦਾ ਜਿਹੜਾ ਹੈ ਇਹ ਅੰਕ ਉੱਥੇ 1178 ਉੱਪਰ ਸਵਾਈਮਾਨ ਹੈ। ਹੁਣ ਇਹ ਮੰਝ ਜਿਹੜਾ ਹੈ ਇਸ ਨੂੰ ਭਾਈ ਵੀਰ ਸਿੰਘ ਜੀ ਨੇ ਲਿਖਿਆ। ਸੰਸਕ੍ਰਿਤ ਜਿਹਦਾ ਮਤਲਬ ਹੈ ਅਹਮ, ਪੰਜਾਬੀ ਮੰਝ ਮੈਂ, ਅਹਮ ਮੈਨੇ ਅਹਮ ਬ੍ਰਹਮਸਮੀ, ਜਿਵੇਂ ਸੰਸਕ੍ਰਿਤ ਵਿੱਚ ਕਹਿੰਦੇ ਹਨ ਕਿ ਮੈਂ ਹੀ ਬ੍ਰਹਮ ਹਾਂ। ਤੋ ਇੱਥੇ ਮੰਝ ਦਾ ਮਤਲਬ ਹੈ ਅਹਮ ਮੈਂ। ਯਥਾ ਮੰਝ ਕੁਚਜੀ ਅਮਾਵਨ ਡੋਸੜੇ ਅਸੀਂ ਪ੍ਰਮਾਣ ਕੇ ਲੈ ਲਿਆ। ਮੈਂ ਖੋਟੇ ਕਰਮਾਂ ਵਾਲੀ ਅਗਿਣਤ ਗੁਨਾਹ ਹਨ ਮੇਰੇ ਵਿੱਚ। ਹੁਣ ਪੁੰਜ ਲਫ਼ਜ਼ ਹੈ ਸੰਸਕ੍ਰਿਤ ਦਾ ਪੁੱਜ ਦਾ। ਪੁੰਜ ਦੀ ਥਾਂ ਪੁੰਜ ਸਵਰਨਤਾ ਕਰਕੇ ਖਾ ਭੋਗ ਆਨੰਦ ਲੈ। ਯਥਾ ਮਿਲ ਸੰਗਤ ਹਰ ਰਸ ਪੁੰਜ, ਕਿ ਹਰੀ ਦੀ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਰਸ ਉਸ ਨੂੰ ਤੂੰ ਚੱਖ, ਉਸ ਦਾ ਤੂੰ ਆਨੰਦ ਮਾਣ। ਤੋ ਇਹ ਵੀ ਸੰਸਕ੍ਰਿਤ ਵਿੱਚੋਂ ਲਫ਼ਜ਼ ਹੈ। ਤੋ ਹੁਣ ਲੁੰਜ ਹੈ ਅੱਗੇ। ਲੁੰਜ ਲਫ਼ਜ਼ ਹੈ ਸੰਸਕ੍ਰਿਤ ਦਾ ਲੰਜ ਪੈਰ, ਪੱਲਾ ਜੂੜਾ। ਯਥਾ ਰਾਮ ਨਾਮ ਖਿਨ ਪਲ ਨਹੀਂ ਚੇਤਿਆ, ਜਮ ਪਕਰੇ ਕਾਲ ਸਲੰਜ। ਭਾਵ ਕਾਲ ਨੇ ਅਗਰ ਅਸੀਂ ਰਾਮ ਨਾਮ ਨਹੀਂ ਚੇਤਿਆ ਤਾਂ ਉਹ ਸਾਡੇ ਜਮਾਂ ਨੇ ਸਾਡੇ ਕੇਸ ਪਕੜ ਕੇ ਜਿਹੜੇ ਸਾਨੂੰ ਜਿਹੜੀ ਹੈ ਉਹ ਸਜ਼ਾ ਦੇਣੀ ਹੈ। ਫਿਰ ਗੀਧੇ ਹੈ। ਗੀਧੇ ਸੰਸਕ੍ਰਿਤ ਦਾ ਲਫ਼ਜ਼ ਹੈ ਗ੍ਰਹਿ, ਲਲਚਾਉਣਾ, ਰਿਝ ਗਈ, ਹਿਲ ਗਈ, ਕਿਸੇ ਚੰਗੀ ਲੱਗੀ ਵਸਤੂ ਵਿੱਚ ਬਾਰ-ਬਾਰ ਮਨ ਲੱਗਣਾ। ਯਥਾ ਰਸਨਾ ਗੀਧੀ ਬੋਲਤ ਰਾਮ। ਤੇ ਰਸਨਾ ਜਿਹੜੀ ਹੈ ਉਹ ਮੇਰੀ ਹੁਣ ਰੁੱਝ ਗਈ ਹੈ ਕਿ ਰਾਮ ਦਾ ਨਾਮ ਮੈਂ ਬੋਲਦਾ ਹਾਂ। ਯਥਾ ਤਥਾ ਨਾਨਕ ਗੀਧਾ ਹਰ ਰਸ ਮਾਹੇ। 377 ਅੰਕ ਤੇ ਸਵਾਈਮਾਨ ਹੈ। ਰਸਨਾ ਗੀਧੀ ਬੋਲਤ ਰਾਮ 195 ਅੰਕ ਤੇ ਸਵਾਈਮਾਨ ਹੈ। ਰਾਮ ਰਸਾਇਣ ਜੋ ਜਨ ਗੀਧੇ, ਜਿਹੜੇ ਰਾਮ ਦੇ ਰਸ ਦੇ ਵਿੱਚ ਜਿਹੜੇ ਰੁੱਝ ਗਏ ਹਨ ਉਹ ਆਨੰਦ ਲੈਂਦੇ ਹਨ। 198 ਅੰਕ ਦੇ ਉੱਪਰ ਇਹ ਸਵਾਈਮਾਨ ਹੈ ਪੰਕਤੀ। ਅੱਗੇ ਗੱਲ ਹੈ ਸੁਖਲੀਦੇ। ਸੁਖਲੀਦੇ ਦਾ ਮਤਲਬ ਹੈ ਸੁੱਕ ਗਏ। ਜੋ ਜਲ ਕਮਲ ਪ੍ਰੀਤ ਅਤ ਭਾਰੀ, ਬਿਨ ਜਲ ਦੇਖੇ ਸੁਖਲੀਦੇ। ਭਾਵ ਜਿਵੇਂ ਜਲ ਦੀ ਜਿਹੜੀ ਕਮਲ ਦੀ ਪ੍ਰੀਤ ਪਾਣੀ ਨਾਲ ਹੈ, ਲੇਕਿਨ ਬਿਨ ਜਲ ਦੇਖੇ ਸੁਖਲੀਦੇ। ਅਗਰ ਉਹ ਪਾਣੀ ਨੂੰ ਨਹੀਂ ਦੇਖਦਾ, ਪਾਣੀ ਦੇ ਨਾਲ ਉਹਦਾ ਸੰਪਰਕ ਨਹੀਂ ਹੁੰਦਾ, ਤੇ ਉਹ ਸੁੱਕ ਜਾਂਦਾ ਹੈ। ਇਹ 1179 ਅੰਕ ਦੇ ਉੱਪਰ ਇਹ ਪੰਕਤੀ ਸਵਾਈਮਾਨ ਹੈ। ਸੁਖਲੀਦੇ ਬਾਰੇ ਹੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਸਾਨੂੰ ਐਕਸਪਲੇਨ ਕੀਤਾ ਹੈ ਕਿ ਸੰਸਕ੍ਰਿਤ ਦੇ ਸੁਖ ਤੋਂ, ਪੰਜਾਬੀ ਸੁਖ, ਸੰਸਕ੍ਰਿਤ ਧਾਤੂ ਲੀ ਗੁੰਮ ਹੋਣਾ, ਪੰਜਾਬੀ ਲੀਨਾ, ਭੂਤਕਾਲ ਲੀਧੇ, ਸੁਖ ਕੇ ਗੁੰਮ ਹੋ ਗਏ, ਸੁਖ ਕੇ ਲੈ ਹੋ ਗਏ, ਸੁਖ ਚੁੱਕੇ। ਯਥਾ ਜਿਉ ਜਲ ਕਮਲ ਪ੍ਰੀਤ ਅਤ ਭਾਰੀ, ਬਿਨ ਜਲ ਦੇਖੇ ਸੁਖ ਲੀਧੇ। ਇਹ ਅਸੀਂ ਵਿਚਾਰ ਕਰ ਚੁੱਕੇ ਹਾਂ। ਤੋ ਇਹ ਜੋ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਆਸ ਹੈ ਵੀਰ ਸੁਰਜੀਤ ਸਿੰਘ ਜੀ ਨੇ ਜਿਹੜੇ ਸਵਾਲ ਪੁੱਛਿਆ ਹੈ ਉਹਨਾਂ ਨੂੰ ਇਸ ਦਾ ਮਕਬੂਲ ਜਵਾਬ ਮਿਲ ਗਿਆ ਹੋਵੇਗਾ। ਹੋਰ ਵੀ ਇਸ ਦੇ ਬਾਰੇ ਅਗਰ ਉਹਨਾਂ ਦਾ ਕੋਈ ਪ੍ਰਸ਼ਨ ਹੋਵੇ ਤਾਂ ਜੀ ਸਦਕੇ ਉਹ ਭੇਜ ਸਕਦੇ ਹਨ। ਔਰ ਜਿੰਨੀ ਸਾਨੂੰ ਸਮਰੱਥਾ ਹੈ, ਜਿੰਨੀ ਸਾਨੂੰ ਸਮਝ ਹੈ, ਉਹਦੇ ਮੁਤਾਬਕ ਅਸੀਂ ਫਿਰ ਵੀ ਹੋਰ ਵੀ ਖੋਜ ਕਰਕੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ 'ਚ ਇੱਕ ਅਖੌਤ ਹੈ ਜੀ, ਇੱਕ ਪੰਥ ਦੋ ਕਾਜ। ਮੈਂ ਸਮਝਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਸ ਅਸੀਂ ਵਿਚਾਰਦੇ ਹਾਂ, ਇੱਕ ਪੰਥ ਤੇ ਕਈ ਕਾਜ ਹੋ ਜਾਂਦੇ। ਜਿੱਥੇ ਗੁਰਬਾਣੀ ਸਾਨੂੰ ਸਾਡੇ ਪਰਮਾਰਥ ਦੇ ਰਸਤੇ ਦਾ ਗਿਆਨ ਕਰਾਉਂਦੀ ਹੈ, ਉਹ ਤੇ ਸੰਸਾਰਕ ਤੌਰ ਤੇ ਵੀ ਤੁਸੀਂ ਦੇਖੋ ਵੀ ਸਾਨੂੰ ਬਹੁਤ ਸਾਰੀਆਂ ਬੋਲੀਆਂ ਦਾ ਗਿਆਨ ਹੋ ਰਿਹਾ। ਜਿਵੇਂ ਅੱਜ ਇਹ ਜਿਤਨੇ ਅੱਖਰ ਨੇ ਇਹ ਆਮ ਸਰਲ ਨਹੀਂ ਹੈਗੇ। ਤੇ ਜਿਸ ਵੇਲੇ ਅਸੀਂ ਸਹਿਜ ਪਾਠ ਕਰਦੇ ਹਾਂ ਤੇ ਜ਼ਰੂਰੀ ਗੱਲ ਹੈ, ਮੇਰੇ ਵਰਗੇ ਕਈ ਜਿਹੜੇ ਨੇ ਉਹਨਾਂ ਨੂੰ ਇੱਥੇ ਆ ਕੇ ਬ੍ਰੇਕ ਲੱਗਦੀ ਹੋਣੀ ਹੈ। ਤੋ ਵੀਰ ਸੁਰਜੀਤ ਸਿੰਘ ਨੇ ਬੜਾ ਅੱਛਾ ਕੀਤਾ ਇਹ ਸਵਾਲ ਭੇਜਿਆ। ਤੋ ਜਿਸ ਵੇਲੇ ਅਸੀਂ ਇਹ ਗੁਰਬਾਣੀ ਨੂੰ ਪੜ੍ਹਦੇ ਹਾਂ, ਸਮਝਣ ਦਾ ਯਤਨ ਕਰਦੇ ਹਾਂ, ਤਾਂ ਮੈਂ ਜਿਸ ਤਰ੍ਹਾਂ ਬੇਨਤੀ ਕਰ ਰਿਹਾ ਵੀ ਕਈ ਕਾਜ ਸਵਰ ਜਾਂਦੇ ਨੇ। ਦੇਖੋ ਕਿੰਨੀਆਂ ਬੋਲੀਆਂ ਨੇ ਗੁਰੂ ਗ੍ਰੰਥ ਸਾਹਿਬ। ਉੱਦਾਂ ਤੇ ਆਪਾਂ ਬੋਲੀਆਂ ਸਿੱਖੀਆਂ ਨਹੀਂ, ਨਾ ਸਿੱਖਣ ਦਾ
ਕੋਈ ਬਹੁਤਾ ਹਰ ਇੱਕ ਨੂੰ ਹੁੰਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੜ੍ਹਦਿਆਂ ਸਾਨੂੰ ਬਹੁਤ ਸਾਰੀਆਂ ਬੋਲੀਆਂ ਦਾ ਇਹੋ ਜਿਹਾ ਗਿਆਨ ਹੋ ਜਾਂਦਾ, ਇਹ ਹੁਣ ਸਾਰੇ ਸੰਸਕ੍ਰਿਤ ਦੇ ਲਫ਼ਜ਼ ਆਏ ਨੇ। ਔਰ ਉਸ ਤੋਂ ਇਲਾਵਾ ਸਾਨੂੰ ਜਿਹੜੇ ਡਿਫੀਕਲਟ ਅੱਖਰ ਨੇ, ਇਹ ਜਿਹੜੇ ਜਿਵੇਂ ਹੁਣ ਇੱਕ ਅੱਖਰ ਦਾ ਵੀਰ ਜੀ ਨੇ ਅਰਥ ਦੱਸਿਆ, ਉਹ ਸਾਨੂੰ ਪਤਾ ਲੱਗਦਾ। ਤੋ ਇਸ ਲਈ ਮੈਂ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰ ਕਰਨ ਨਾਲ ਸਾਨੂੰ ਬਹੁਤ ਸਾਰੇ ਸਾਡੇ ਕਾਰਜ ਸੌਦੇ ਨੇ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਤਿਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ, ਜਿਹਦੇ ਅਨੇਕਾਂ ਸਾਨੂੰ ਲਾਭ ਨੇ। ਸਿਰਫ ਲੈਣ ਵਾਲੇ ਬਣੀਏ, ਲਾਭ ਕਿਤਨੇ ਨੇ ਗਿਣੇ ਨਹੀਂ ਜਾ ਸਕਦੇ। ਸਤਿਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਮਿਹਨਤ ਨਾਲ ਇੱਕ ਇੱਕ ਅੱਖਰ ਜਿਹੜਾ ਉਹਦੇ ਅਰਥ ਸਾਨੂੰ ਸਮਝਾਏ ਨੇ ਔਰ ਲੱਭ ਕੇ ਲੈ ਆਏ। ਧੰਨਵਾਦ। ਤਾਂ ਸਤ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਸਾਨੂੰ ਸਾਹਿਬ ਮਹਿੰਦਰ ਸਿੰਘ ਕੈਨੇਡਾ ਤੋਂ ਉਹਨਾਂ ਨੇ ਪਾਇਆ। ਉਹ ਕਹਿੰਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 338 ਤੇ ਇੱਕ ਸ਼ਬਦ ਹੈ, ਆਸ ਪਾਸ ਘਨ ਤੁਲਸੀ ਕਾ ਬਿਰਵਾ ਮਾਝ ਬਨਾ ਰਸ ਗਾਉਂ ਰੇ। ਉਹਨਾਂ ਦਾ ਸਵਾਲ ਇਹ ਹੈ ਵੀ ਇਹ ਸ਼ਬਦ ਜਿਹੜਾ ਆਇਆ ਇਹ ਕ੍ਰਿਸ਼ਨ ਜੀ ਬਾਰੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 338 ਤੇ। ਸਾਹਿਬ MP ਸਿੰਘ ਜੀ ਕਿਰਪਾ ਕਰਨਗੇ ਇਸ ਸ਼ਬਦ ਨੂੰ ਸਾਨੂੰ ਥੋੜਾ ਖੋਲ ਕੇ ਦੱਸਣ ਕਿ ਇਹ ਸ਼ਬਦ ਜਿਹੜਾ ਕ੍ਰਿਸ਼ਨ ਜੀ ਪਰਥਾਏ ਹੈ ਜਾਂ ਕੋਈ ਹੋਰ ਵੀ ਦਾ ਨਿਕਲ। ਹਾਂਜੀ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ। ਜਿਸ ਸ਼ਬਦ ਦੇ ਨਾਲ ਸੰਬੰਧਿਤ ਸਵਾਲ ਹੈ ਉਹ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਗੌੜੀ ਦੇ ਅੰਦਰ ਘਰ 11ਵਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 338 ਦੇ ਉੱਪਰ ਸੁਸ਼ੋਭਿਤ ਹੈ ਔਰ ਆਪ ਜੀ ਦੇ ਸਾਹਮਣੇ ਸਕਰੀਨ ਤੇ ਡਿਸਪਲੇ ਕੀਤਾ ਜਾ ਰਿਹਾ ਹੈ। ਸੋ ਜਿਵੇਂ ਅਸੀਂ ਹਮੇਸ਼ਾ ਹੀ ਗੁਰਬਾਣੀ ਦੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇਣ ਲੱਗਿਆਂ ਇੱਕ ਗੱਲ ਹਮੇਸ਼ਾ ਰਿਪੀਟ ਕਰਦੇ ਹਾਂ ਕਿ ਜਿਸ ਵੀ ਗੁਰਬਾਣੀ ਦੀ ਪੰਕਤੀ ਦਾ ਅਰਥ ਸਮਝਣਾ ਹੋਵੇ, ਪਹਿਲਾਂ ਉਸ ਦੇ ਸ਼ਬਦ ਦੇ ਰਹਾਉ ਦੇ ਬੰਦ ਦਾ ਜੋ ਭਾਵ ਹੈ ਉਸ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਤਾਂ ਉਹੀ ਤਰੀਕਾ ਅਸੀਂ ਇਸ ਸ਼ਬਦ ਦੇ ਜੋ ਪੰਕਤੀ ਦਾ ਅਰਥ ਕਰਨ ਲੱਗਿਆਂ ਧਿਆਨ 'ਚ ਰੱਖਾਂਗੇ। ਤਾਂ ਜਿਸ ਪੰਕਤੀ ਦੇ ਬਾਰੇ ਸਵਾਲ ਹੈ ਉਹ ਤਾਂ ਸ਼ਬਦ ਦੀ ਪਹਿਲੀ ਪੰਕਤੀ ਹੈ, ਪਰ ਰਹਾਉ ਦਾ ਬੰਦ ਹੈ, ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਵੱਡ ਭਾਗੋ। ਤਾਂ ਪਹਿਲਾਂ ਅਸੀਂ ਇਹ ਰਹਾਉ ਦੇ ਬੰਦ ਦੇ ਅਰਥ ਧਿਆਨ 'ਚ ਰੱਖ ਲਈਏ, ਫਿਰ ਉਸ ਤੋਂ ਬਾਅਦ ਜੋ ਪਹਿਲੇ ਪਦੇ ਦੀ ਪੰਕਤੀ ਹੈ ਉਹਦੀ ਵਿਚਾਰ ਕਰਦੇ ਹਾਂ। ਤੋਹੇ ਤੇਰੇ ਚਰਨ, ਚਰਨਾਂ ਦੀ ਗੱਲ ਹੋ ਰਹੀ ਹੈ, ਪੈਰ। ਭਾਵ ਅਰਥ ਐਕਚੁਅਲੀ ਮਨ ਲਾਗੋ ਸਾਰੰਗ ਧਰ ਆਇਆ ਹੈ ਅੱਗੇ, ਕਿ ਮੇਰੇ ਮਨ ਨਾਲ, ਮੇਰਾ ਮਨ ਜਿਹੜਾ ਹੈ ਤੇਰੇ ਚਰਨਾਂ ਦੇ ਨਾਲ ਲੱਗਿਆ ਹੈ, हे ਸਾਰੰਗ ਧਰ। ਸਾਰੰਗ ਧਰ ਲਫ਼ਜ਼ ਜਿਹੜਾ ਹੈ ਇਹ ਆਮ ਤੌਰ ਦੇ ਉੱਤੇ ਵਿਸ਼ਨੂੰ ਜੀ ਦੇ ਵਾਸਤੇ ਵਰਤਿਆ ਜਾਂਦਾ ਹੈ। ਸਾਰੰਗ ਦੇ ਵੱਖਰੇ ਵੱਖਰੇ ਅਰਥ ਆਉਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਅਰਥ ਹੈ ਧਨੁਸ਼, ਇੱਕ ਅਰਥ ਹੈ ਧਰਤੀ। ਤੇ ਸਾਰੰਗ ਧਰ ਦਾ ਅਰਥ ਹੋ ਜਾਂਦਾ ਹੈ ਧਨੁਸ਼ ਧਾਰਨ ਕਰਨ ਵਾਲਾ ਜਾਂ ਧਰਤੀ ਦੀ ਪਾਲਣਾ ਕਰਨ ਵਾਲਾ। ਤੋ ਵਿਸ਼ਨੂੰ ਜੀ ਦੇ ਵਾਸਤੇ ਇਹ ਸਾਰੰਗ ਧਰ ਲਫ਼ਜ਼ ਆਮ ਤੌਰ ਤੇ ਉਹਨਾਂ ਦੇ ਵਾਸਤੇ ਇੱਕ ਤਰੀਕੇ ਦਾ ਪਰਿਆਇਵਾਚੀ ਲਫ਼ਜ਼ ਵਰਤਿਆ ਜਾਂਦਾ ਹੈ। ਗੁਰਬਾਣੀ ਦੇ ਅੰਦਰ ਜਿੰਨੇ ਵੀ ਇਹ ਐਸੇ ਸਨਾਤਨ ਮਤ ਦੇ ਅਵਤਾਰਾਂ ਦੇ ਨਾਮ ਹਨ, ਚਾਹੇ ਉਹ ਰਾਮ ਜੀ ਦੇ ਨਾਲ ਸੰਬੰਧਿਤ ਹਨ, ਚਾਹੇ ਕ੍ਰਿਸ਼ਨ ਜੀ ਦੇ, ਚਾਹੇ ਵਿਸ਼ਨੂੰ, ਬ੍ਰਹਮਾ ਜਾਂ ਸ਼ਿਵ ਜੀ, ਜਿਨ੍ਹਾਂ ਦੇ ਨਾਲ ਵੀ ਸੰਬੰਧਿਤ ਕੋਈ ਨਾਮ ਹਨ, ਉਹ ਸਾਰੇ ਹੀ ਅਕਾਲ ਪੁਰਖ ਦੇ ਸੂਚਕ ਨਾਮਾਂ ਦੇ ਤੌਰ ਦੇ ਉੱਤੇ ਇਸਤੇਮਾਲ ਕੀਤੇ ਗਏ ਹਨ। ਹੁਣ ਜਿਵੇਂ ਅੱਗੇ ਲਫ਼ਜ਼ ਮਨੋਹਰ ਵੀ ਆਇਆ ਹੈ ਇਸੇ ਸ਼ਬਦ ਦੇ ਅੰਦਰ, ਔਰ ਕਈ ਜਗ੍ਹਾ ਦੇ ਉੱਤੇ ਲਫ਼ਜ਼ ਬਿਠੁਲ, ਦਮੋਦਰ, ਇਸ ਤਰੀਕੇ ਦੇ ਕਈ ਸਾਰੇ ਲਫ਼ਜ਼ ਵਰਤੇ ਜਾਂਦੇ ਹਨ, ਜਿਹੜੇ ਸਾਰੇ ਹੀ ਅਕਾਲ ਪੁਰਖ ਦੇ ਸੂਚਕ ਹਨ ਗੁਰਬਾਣੀ ਦੇ ਅੰਦਰ। ਜਿੱਥੇ ਓਰੀਜਨਲੀ ਸਨਾਤਨ ਮਤ ਦੇ ਗ੍ਰੰਥਾਂ ਦੇ ਅੰਦਰ ਉਹ ਭਾਵੇਂ ਅਵਤਾਰਾਂ ਦੇ ਨਾਲ ਸੰਬੰਧ ਦੇ ਵਿੱਚ ਯੂਜ਼ ਕੀਤੇ ਗਏ ਹੋਣਗੇ, ਪਰ ਗੁਰਬਾਣੀ ਨੇ ਇਹਨਾਂ ਸਾਰੇ ਹੀ ਲਫ਼ਜ਼ਾਂ ਨੂੰ, ਜਿਨ੍ਹਾਂ ਦੇ ਬਾਰੇ ਸਨਾਤਨ ਮਤ ਦੇ ਜਿਹੜੇ ਫਾਲੋਅਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਸਤਿਕਾਰ ਦੀ ਭਾਵਨਾ ਹੈ, ਉਹਨਾਂ ਲਫ਼ਜ਼ਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਦੀ ਗੱਲ ਕਰਨ ਵਾਸਤੇ ਹੀ ਇਸਤੇਮਾਲ ਕੀਤਾ ਹੈ। ਤੋ ਇੱਥੇ ਵੀ ਭਗਤ ਕਬੀਰ ਜੀ ਨੇ ਵੀ ਜੋ ਗੱਲ ਸਾਰੰਗ ਧਰ ਦੀ ਕੀਤੀ ਹੈ, ਉਹ ਵੀ ਉਸੇ ਹੀ ਮਰਿਆਦਾ ਨੂੰ, ਉਸੇ ਅਸੂਲ ਨੂੰ ਧਿਆਨ 'ਚ ਰੱਖਦਿਆਂ ਹੋਇਆ ਇਸਤੇਮਾਲ ਕੀਤਾ ਹੈ, ਕਿਉਂਕਿ ਕਬੀਰ ਜੀ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ
ਆਪ ਇਕੱਠੀ ਕਰਕੇ ਉਹਨਾਂ ਪਾਸੋਂ ਪ੍ਰਾਪਤ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਜੇ ਵਿੱਚ ਅੱਗੋਂ ਫਿਰ ਸਮਝੋ 71 ਹੋਈ, ਗੁਰੂ ਅਰਜਨ ਪਾਤਸ਼ਾਹ ਨੇ ਉਹਦੀ ਸੰਪਾਦਨਾ ਕੀਤੀ। ਪਰ ਲਿਆਉਣ ਦਾ ਕੰਮ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਉਹ ਇਸੇ ਕਾਰਨ ਕਰਕੇ ਕੀਤਾ ਕਿ ਕਬੀਰ ਜੀ ਦੀ ਜੋ ਫਿਲਾਸਫੀ ਸੀ ਉਹ ਹਰ ਪੱਖ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਦੇ, ਉਹਨਾਂ ਦੇ ਸਿਧਾਂਤਾਂ ਦੇ ਨਾਲ ਮੇਲ ਖਾਂਦੀ ਸੀ। ਤਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਪਸ਼ਟ ਤੌਰ ਦੇ ਉੱਤੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਇੱਥੇ ਅਵਤਾਰਵਾਦ ਦੀ ਜਾਂ ਜਿਹੜਾ ਮੂਰਤੀ ਪੂਜਾ ਅਤੇ ਸਰਗੁਣ ਸਰੂਪ ਵਿੱਚ ਦੇਵਤਿਆਂ ਦੀ ਪੂਜਾ ਦਾ ਕੋਈ ਕਨਸੈਪਟ ਨਹੀਂ ਹੈ। ਇੱਥੇ ਕੇਵਲ ਤੇ ਕੇਵਲ ਨਿਰਾਕਾਰ ਪ੍ਰਭੂ ਜੋ ਸਰਵ ਵਿਆਪਕ ਹੈ ਉਹਦੀ ਹੀ ਪੂਜਾ ਦਾ ਸਿਧਾਂਤ ਹੈ। ਉਸੇ ਦੀ ਯਾਦ ਨੂੰ, ਉਹਦੇ ਗੁਣਾਂ ਦੇ ਨਾਲ ਸਾਂਝ ਪਾਉਣ ਦਾ ਹੀ ਉਪਦੇਸ਼ ਗੁਰਬਾਣੀ ਚੋਂ ਮਿਲਦਾ ਹੈ। ਉਹਦੇ ਨਾਲ ਹੀ ਪਿਆਰ ਦਾ ਰਿਸ਼ਤਾ ਜੋੜਨ ਦੀ ਗੱਲ ਸਮਝਾਈ ਜਾਂਦੀ ਹੈ। ਤਾਂ ਉਸੇ ਪਿਆਰ ਦੇ ਰਿਸ਼ਤੇ ਦੀ ਗੱਲ ਕਬੀਰ ਸਾਹਿਬ ਇਸ ਸ਼ਬਦ ਵਿੱਚ ਕਰ ਰਹੇ ਹਨ ਕਿ ਤੋਹੇ ਚਰਨ ਮਨ ਲਾਗੋ ਸਾਰੰਗ ਤਨ ਤਰ। ਹੇ ਸਾਰੰਗ ਤਨ ਤਰ, ਹੇ ਪ੍ਰਭੂ ਜੀਓ, ਤੇਰੇ ਚਰਨਾਂ ਦੇ ਨਾਲ ਮੇਰਾ ਮਨ ਲੱਗ ਗਿਆ ਹੈ, ਮੇਰਾ ਮਨ ਜੁੜਿਆ ਹੋਇਆ ਹੈ। ਭਾਵ ਮੇਰੇ ਮਨ ਦੇ ਵਿੱਚ ਤੇਰੀ ਹੀ ਯਾਦ ਵਸਦੀ ਹੈ, ਮੈਂ ਤੇਰੇ ਗੁਣਾਂ ਦੇ ਨਾਲ ਸਾਂਝ ਪਾਉਂਦਾ ਹਾਂ। ਪਰ ਇਹ ਅਵਸਥਾ, ਇਹ ਪਿਆਰ ਦਾ ਸੰਬੰਧ, ਇਹ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ। ਭਾਵ ਜਿਨ੍ਹਾਂ ਦੇ ਉੱਤੇ ਹੈ ਪ੍ਰਭੂ ਜੀ ਉਹ ਤੁਹਾਡੀ ਬਖਸ਼ਿਸ਼ ਹੁੰਦੀ ਹੈ ਤੇ ਉਹ ਤੁਹਾਡੇ ਚਰਨਾਂ ਦੇ ਨਾਲ, ਤੁਹਾਡੀ ਯਾਦ ਦੇ ਨਾਲ ਜੁੜ ਜਾਂਦੇ ਹਨ, ਤੁਹਾਡੀ ਸਿਫਤ ਸਲਾਹ ਦੇ ਨਾਲ ਜੁੜਦੇ ਹਨ। ਤੇ ਰਾਹ ਦੇ ਬੰਦ ਦਾ ਜੋ ਭਾਵਰਥ ਹੈ ਉਹ ਇਹੀ ਹੈ ਕਿ ਕਬੀਰ ਜੀ ਪ੍ਰਭੂ ਦੇ ਅੱਗੇ ਬੇਨਤੀ ਕਰਦਿਆਂ ਹੋਇਆਂ ਆਪਣੇ ਮਨ ਦੇ ਵਿੱਚ ਪਿਆਰ ਦੇ ਵਲਵਲੇ ਜਿਹੜੇ ਹਨ ਉਹ ਜ਼ਾਹਿਰ ਕਰਦੇ ਹਨ ਅਤੇ ਨਾਲ ਹੀ ਉਹਦੀ ਬਖਸ਼ਿਸ਼ ਦਾ ਸ਼ੁਕਰਾਨਾ ਵੀ ਕਰਦੇ ਹਨ ਕਿ ਮੇਰੇ ਵੱਡੇ ਭਾਗ ਹਨ ਜੋ ਤੇਰੀ ਯਾਦ ਮੇਰੇ ਮਨ 'ਚ ਵਸੀ ਹੈ। ਤੋਹੇ ਚਰਨ ਮਨ ਲਾਗੋ ਸਾਰੰਗ ਤਰ, ਤੇਰੇ ਚਰਨਾਂ ਦੇ ਨਾਲ ਮੇਰਾ ਮਨ ਲੱਗਿਆ ਹੈ, ਮਨ ਜੁੜਿਆ ਹੈ। ਹੇ ਸਾਰੰਗ ਤਰ, ਅਖਰੀ ਅਰਥ ਹਨ ਧਨੁਸ਼ਧਾਰੀ ਜਾਂ ਧਰਤੀ ਦਾ ਸੰਭਾਲ ਕਰਨ ਵਾਲਾ, ਧਰਤੀ ਦੀ ਪਾਲਣਾ ਕਰਨ ਵਾਲਾ। ਤੋ ਭਾਵੇਂ ਸਨਾਤਨ ਮਤ ਦੇ ਅੰਦਰ ਵਿਸ਼ਨੂੰ ਨੂੰ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਦੇਵਤਾ ਮੰਨਿਆ ਗਿਆ ਹੈ, ਬ੍ਰਹਮਾ ਨੂੰ ਜਨਮ ਦੇਣ ਵਾਲਾ ਤੇ ਸ਼ਿਵ ਜੀ ਨੂੰ ਮਾਰਨ ਵਾਲਾ ਤੇ ਪਾਲਣਾ ਕਰਨ ਵਾਸਤੇ ਵਿਸ਼ਨੂੰ ਮੰਨਿਆ ਗਿਆ ਹੈ। ਤੋ ਇਸ ਲਈ ਉਹ ਵਿਸ਼ਨੂੰ ਨੂੰ ਸਾਰੰਗ ਧਰ ਕਹਿ ਕੇ ਸੰਬੋਧਨ ਕਰਦੇ ਹਨ। ਪਰ ਗੁਰਬਾਣੀ ਵਿੱਚ ਇਹ ਤਿੰਨ ਵੱਖੋ ਵੱਖਰੇ ਦੇਵਤਿਆਂ ਦੀ ਬਜਾਏ ਕੇਵਲ ਇੱਕ ਅਕਾਲ ਪੁਰਖ ਹੀ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਮਾਰਨ ਵਾਲਾ ਇਕਲੌਤਾ ਇੱਕੋ ਇੱਕ ਸਰਬ ਸ਼ਕਤੀਮਾਨ ਹਸਤੀ ਹੈ। ਸੋ ਉਸ ਪ੍ਰਭੂ ਅੱਗੇ ਕਬੀਰ ਜੀ ਆਪਣੇ ਮਨ ਦਾ ਪਿਆਰ ਦੀ ਭਾਵਨਾ ਜ਼ਾਹਿਰ ਕਰਦੇ ਹਨ ਤੇ ਨਾਲ ਹੀ ਸ਼ੁਕਰਾਨੇ ਵਜੋਂ ਕਹਿੰਦੇ ਹਨ ਕਿ ਸੋ ਮਿਲੈ ਜੋ ਵੱਡ ਭਾਗੋ। ਉਹਨਾਂ ਦੇ ਵੱਡੇ ਭਾਗ ਹੁੰਦੇ ਹਨ ਜੋ ਜਿਨ੍ਹਾਂ ਦਾ ਮਿਲਾਪ ਤੇਰੇ ਨਾਲ ਹੋ ਜਾਂਦਾ ਹੈ, ਜਿਨ੍ਹਾਂ ਦੀ ਸੁਰਤ ਤੇਰੇ ਚਰਨਾਂ ਨਾਲ ਜੁੜ ਜਾਂਦੀ ਹੈ। ਤੋ ਇਸੇ ਪਿਆਰ ਦੇ ਰਿਸ਼ਤੇ ਤੋਂ ਹੁਣ ਕੁਝ ਮਿਸਾਲਾਂ ਦੇ ਕੇ ਕਬੀਰ ਜੀ ਆਪਣੀ ਗੱਲ ਨੂੰ ਹੋਰ ਖੋਲਦੇ ਹਨ ਕਿ ਆਸ-ਪਾਸ ਕਨ ਤੁਰਸੀ ਕਾ ਬਿਰਵਾ, ਮਾਝ ਬਨਾ ਰਸ ਗਾਉਂ ਰੇ, ਉਆ ਕਾ ਸਰੂਪ ਦੇਖ ਮੋਹੀ ਗਵਾਰਨ, ਮੋਕੋ ਛੋੜ ਨਾ ਆਓ ਨਾ ਜਾਹੂ ਰੇ। ਮਿਸਾਲ ਦਿੰਦੇ ਹਨ ਕ੍ਰਿਸ਼ਨ ਜੀ ਦੀ। ਹੁਣ ਇੱਕ ਗੱਲ ਬੜੀ ਧਿਆਨ 'ਚ ਰੱਖਣ ਵਾਲੀ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਪੂਰੇ ਸ਼ਬਦ ਦੇ ਅਰਥ ਕ੍ਰਿਸ਼ਨ ਜੀ ਦੀ ਹੀ ਸਿਫਤ ਵਿੱਚ ਸਮਝਾ ਕੇ ਕੀਤੇ ਹਨ, ਉਹਨਾਂ ਨੂੰ ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਕ੍ਰਿਸ਼ਨ ਜੀ ਨੇ ਕਦੇ ਵੀ ਧਨੁਸ਼ ਧਾਰਨ ਨਹੀਂ ਕੀਤਾ। ਧਨੁਸ਼ ਰਾਮਚੰਦਰ ਜੀ ਨੇ ਧਾਰਨ ਕੀਤਾ ਤੇ ਇਸ ਕਰਕੇ ਇਹ ਸਾਰੰਗ ਧਰ ਲਫ਼ਜ਼ ਜਿਹੜਾ ਹੈ ਕ੍ਰਿਸ਼ਨ ਜੀ ਦੇ ਨਾਲ ਤਾਂ ਵਰਤਿਆ ਹੀ ਨਹੀਂ ਜਾਂਦਾ। ਉਹਨਾਂ ਦੇ ਜਿੰਨੇ ਵੀ ਹੋਰ ਨਾਮ ਆਏ ਹਨ, ਗੋਵਰਧਨ ਧਾਰੀ ਜਾਂ ਦਾਮੋਦਰ ਜਾਂ ਹੋਰ ਮੁਰਲੀ ਮਨੋਹਰ, ਕਈ ਤਰ੍ਹਾਂ ਦੇ ਲਫ਼ਜ਼ ਹਨ ਜਿਹੜੇ ਕ੍ਰਿਸ਼ਨ ਜੀ ਦੇ ਵਾਸਤੇ ਵਰਤੇ ਗਏ ਹਨ। ਪਰ ਸਾਰੰਗ ਧਰ ਲਫ਼ਜ਼ ਕ੍ਰਿਸ਼ਨ ਜੀ ਦੇ ਵਾਸਤੇ ਸਨਾਤਨ ਦੀਆਂ ਪੁਸਤਕਾਂ ਵਿੱਚ ਵੀ ਕਿਤੇ ਨਹੀਂ ਵਰਤਿਆ ਗਿਆ। ਤੋ ਆਸ-ਪਾਸ ਕਨ ਤੁਰਸੀ ਕਾ ਬਿਰਵਾ, ਇੱਥੇ ਮਿਸਾਲ ਕ੍ਰਿਸ਼ਨ ਜੀ ਦੀ ਹੀ ਹੈ ਕਿ ਜਿੱਥੇ ਕ੍ਰਿਸ਼ਨ ਜੀ ਰਹਿੰਦੇ ਹਨ ਵਰਿੰਦਾਵਨ ਦੇ ਵਿੱਚ, ਉੱਥੇ ਆਸ-ਪਾਸ ਤੁਲਸੀ ਦੇ ਬੂਟਿਆਂ ਦਾ ਜੰਗਲ ਹੈ। ਬੜਾ ਸੁਹਾਵਣਾ ਨਜ਼ਾਰਾ ਹੈ, ਬੜਾ ਸਾਫ ਸੁਥਰਾ ਇਲਾਕਾ ਹੈ ਔਰ ਤੁਲਸੀ ਦੇ ਉਹਨਾਂ ਬੂਟਿਆਂ ਦੀ ਖੁਸ਼ਬੂ ਵੀ ਬੜੀ ਸੋਹਣੀ ਆਉਂਦੀ ਹੈ। ਤੋ ਐਸੀ ਸੁੰਦਰ ਸੁਹਾਵਣੀ ਜਗ੍ਹਾ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਜੋ ਹਨ ਉਹ ਗਵਾਲਣਾ ਜਿਹੜੀਆਂ ਨੇ ਉਹ ਕ੍ਰਿਸ਼ਨ ਜੀ ਦੇ ਨਾਲ ਆਪਣੇ ਸਾਥ ਨਿਭਾਉਂਦੀਆਂ ਨੇ, ਮਿਲਦੀਆਂ ਨੇ।
ਉਹਨਾਂ ਦੇ ਨਾਲ ਆਪਣਾ ਪਿਆਰ ਜ਼ਾਹਰ ਕਰਦੀਆਂ ਨੇ। ਉਹ ਕਾ ਸਰੂਪ ਦੇਖ ਮੋਹੀ ਗਵਾਰਨ, ਗਵਾਰਨ ਤੋਂ ਭਾਵ ਹੈ ਗਵਾਲਣਾ, ਜਿਹੜੀਆਂ ਉੱਥੇ ਵਰਿੰਦਾਵਨ ਜਾਂ ਮਥੁਰਾ ਦੇ ਇਲਾਕੇ ਦੇ ਵਿੱਚ ਗਵਾਲਣਾ ਸਨ, ਜਿਹੜੀਆਂ ਕ੍ਰਿਸ਼ਨ ਜੀ ਦੇ ਨਾਲ ਬਹੁਤ ਸਨੇਹ ਰੱਖਦੀਆਂ ਸਨ ਔਰ ਉਹਨਾਂ ਦੀ ਹੀ ਭਗਤੀ ਕਰਦੀਆਂ ਸਨ। ਤਾਂ ਉਹਨਾਂ ਦੇ ਬਾਰੇ ਕਬੀਰ ਜੀ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਜਿਵੇਂ ਵਰਿੰਦਾਵਨ ਦੇ ਅੰਦਰ ਉਸ ਸੁਹਾਵਣੇ ਮਾਹੌਲ ਦੇ ਅੰਦਰ ਕ੍ਰਿਸ਼ਨ ਜੀ ਦਾ ਸਰੂਪ ਦੇਖ ਕੇ ਗਵਾਲਣਾ ਮੋਹੀਆਂ ਗਈਆਂ, ਉਹਨਾਂ ਦੇ ਮਨ ਨੂੰ ਕ੍ਰਿਸ਼ਨ ਜੀ ਨੇ ਮੋਹ ਲਿਆ, ਤਾਂ ਉਸ ਨੂੰ ਫਿਰ ਉਹ ਅੱਗੇ ਬੇਨਤੀ ਕਰਦੀਆਂ ਹਨ ਕਿ ਮੋਕੋ ਛੋੜ ਨਾ ਆਓ ਨਾ ਜਾਹੂ ਰੇ। हे ਕ੍ਰਿਸ਼ਨ ਜੀ, ਕਿ ਤੁਹਾਡੇ ਸਾਡਾ ਮਨ ਤੁਹਾਡੇ ਨਾਲ ਇੰਜ ਜੁੜ ਗਿਆ ਹੈ ਕਿ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਨੂੰ ਛੱਡ ਕੇ ਨਾ ਹੋਰ ਕਿਧਰੇ ਆਓ ਤੇ ਨਾ ਜਾਓ, ਭਾਵ ਨਾ ਕਿਧਰੇ ਜਾਓ ਤੇ ਨਾ ਹੀ ਮੁੜ ਕੇ ਤੁਹਾਨੂੰ ਆਉਣ ਦੀ ਲੋੜ ਪਵੇ, ਭਾਵ ਕਿ ਹਮੇਸ਼ਾ ਸਾਡੇ ਕੋਲ ਹੀ ਰਹੋ, ਸਾਡੇ ਨੇੜੇ ਹੀ ਰਹੋ। तो ये ग्वालना दा कृष्ण जी के बारे जो प्यार की भावना है उसकी मिसाल कबीर जी ने वरती है। तो ये जो वजह है इस मिसाल नूं वरतन की वो है कि जिन्ना स्ट्रोंग अटैचमेंट, जिन्नी स्ट्रोंग अटैचमेंट उन्होंने ग्वालना की कृष्ण जी के नाल सी, भगत कबीर जी कहते हैं कि मेरा मन भी तुहाडे नाल उन्ने ही गूढ़े प्यार के नाल जुड़िया हुआ है। हे प्रभु जी, सो अगले जरा दूसरा और अखीरला पदा है शब्द का, ਉਹਦੇ ਵਿੱਚ ਵੀ ਉਸੇ ਹੀ ਮਿਸਾਲ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਕਹਿੰਦੇ ਹਨ ਕਿ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾਕਾ ਠਾਕੁਰ ਤੂੰ ਹੀ ਸਾਰੰਗ ਧਰ ਮੋਹਿ ਕਬੀਰਾ ਨਾਉ ਰੇ। ਤੇ ਜਿਵੇਂ ਬਿੰਦਰਾ ਬਨ ਦੇ ਅੰਦਰ ਗਵਾਲਨਾ ਦੇ ਮਨ ਨੂੰ ਹਰਨ ਵਾਲਾ, ਮਨ ਨੂੰ ਮੋਹ ਲੈਣ ਵਾਲਾ ਉਹ ਸੁੰਦਰ ਕ੍ਰਿਸ਼ਨ ਗਾਵਾਂ ਚਰਾਉਂਦਾ ਹੈ ਤੇ ਉਹ ਗਵਾਲਨਾ ਸਾਰੀਆਂ ਉਹਦੇ ਨਾਲ ਮੋਹੀਆਂ ਜਾਂਦੀਆਂ ਹਨ, ਉਹਦੇ ਪਿਆਰ ਦੇ ਵਿੱਚ ਨਾਲ ਪਿਆਰ ਦੇ ਵਿੱਚ ਗਿੱਝ ਜਾਂਦੀਆਂ ਹਨ, ਉਹਦੇ ਨਾਲ ਪਿਆਰ ਦਾ ਸੰਬੰਧ ਜੋੜ ਲੈਂਦੀਆਂ ਹਨ। हे ਸਾਰੰਗਧਰ, हे ਪ੍ਰਭੂ ਜੀਓ, ਤੂੰ ਮੇਰਾ ਮਾਲਕ ਹੈ, ਜਾਕਾ ਠਾकुर ਤੂੰ ਹੀ ਸਾਰੰਗਧਰ, ਤੂੰ ਮੇਰਾ ਮਾਲਕ ਹੈ। ਠਾकुर ਤੋਂ ਭਾਵ ਹੈ ਮੈਂ ਮਾਲਕ, ਪਾਲਣਾ ਕਰਨ ਵਾਲਾ, ਤੂੰ ਹੀ ਸਾਰੰਗਧਰ। ਮੋਹੇ ਕਬੀਰਾ ਨਾਮ, ਮੈਨੂੰ ਤਾਂ ਮੇਰਾ ਤਾਂ ਨਾਮ ਕਬੀਰ ਹੈ, ਮੈਨੂੰ ਹੋਰ ਕੋਈ ਨਹੀਂ ਜਾਣਦਾ, ਮੈਂ ਤੇ ਤੇਰਾ ਸਧਾਰਨ ਜਿਹਾ ਤੇਰੇ ਨਾਲ ਪਿਆਰ ਕਰਨ ਵਾਲਾ ਤੇਰਾ ਭਗਤ ਹਾਂ। कृष्ण जी ਦੀਆਂ ਗਵਾਲਨਾ ਤੇ ਸਾਰੇ ਜਗਤ ਵਿੱਚ ਮਸ਼ਹੂਰ ਨੇ, ਪਰ ਮੇਰਾ ਪਿਆਰ ਤੇਰੇ ਨਾਲ ਹੀ ਹੈ, ਤੂੰ ਮੇਰੇ ਨਾਲ ਆਪਣਾ ਸੰਬੰਧ ਜੋੜੀ ਰੱਖ। ਪਰ ਮੇਰਾ ਪਿਆਰ ਜਿਹੜਾ ਹੈ ਉਨਾ ਹੀ ਡੂੰਘਾ ਹੈ, ਉਨਾ ਹੀ ਗਹਿਰਾ ਹੈ ਜਿੰਨਾ ਉਹ ਗਵਾਲਨਾ ਦਾ ਪਿਆਰ ਉਸ ਕ੍ਰਿਸ਼ਨ ਜੀ ਦੇ ਨਾਲ ਸੀ। ਤਾਂ ਗੱਲ ਇੱਥੇ ਸਿਰਫ ਪਿਆਰ ਦੇ ਸੰਬੰਧ ਦੀ ਸਟਰੈਂਥ ਨੂੰ ਡਿਸਕ੍ਰਾਈਬ ਕਰਨ ਦੀ ਹੈ, ਕੋਈ ਕ੍ਰਿਸ਼ਨ ਭਗਤੀ ਦੀ ਗੱਲ ਇਹਦੇ ਵਿੱਚ ਨਹੀਂ ਹੈ। ਜੋ ਰਾਹ ਦੇ ਬੰਦ ਦੇ ਅੰਦਰ ਗੱਲ ਆਈ ਹੈ ਕਿ ਤੋਹੇ ਚਰਨ ਮਨ ਲਾਗੋ ਸਾਰੰਗਧਰ, तेरे गुना दे नाल तेरी सिफतां दे नाल मेरा मन जुड़िया होया है। हे सारंगधर, हे प्रभु जी। इसे तरीके दा ही मिसालां दी वरतों होर शब्दां च भी मिलदी है कि भगत नामदेव जी का एक शब्द आंदा है जिहदे विच ओह कहंदे हन कि जैसे पर पुरखा रत नारी तैसी नामे प्रीत मुरारी। तो मुरारी लफज उन्होंने वरत्या है अकाल पुरख वास्ते, भावें कि मुरारी आम तौर पर कृष्ण जी वास्ते ही वरत्या जाता है, पर मिसाल की दी है कि जैसे पर पुरखा रत नारी, कि जिवें पराए पुरख दे नाल किसी स्त्री का संबंध होंदा है तो उसकी प्रीत बड़ी गहरी होंदी है, वो 100 जतन करके कई चलाकियां करके ਉਹਦੇ ਨਾਲ अपना रिश्ता निभाती है तो सारे पासों छुपा के भी रखती है, पर ਉਹਦੀ प्रीत होंदी बड़ी गहरी है। हुण ये अपने आप विच कोई ऐसी मिसाल नहीं है जिन्हों समाज में कोई बहुत चंगा समझा जाता हो, पर यह गल समझते सारे हैं कि भी उस स्त्री का उस अपने पराए पुरुष के नाल जिहदे नाल उहदा संबंध है वो प्रीत हुंदी बड़ी डूंगी बड़ी गहरी प्रीत हुंदी है और वो पिछे वो कुछ भी करने को तैयार हो जाती है। तो भगत नामदेव जी ने जो ये मिसाल वरती है उसका भाव भी सिर्फ इसे करके वरतन का सीगा कि मेरी प्रीत भी मुरारी दे नाल इतनी ही गहरी इतनी ही डूंगी प्रीत है कि जिहदे विच कोई किसी किस्म की कोई कमी कमजोरी नहीं है। तो ये एक कविता का तरीका होंदा है कि अपने इमोशनस नूं एक्सप्रैस करने वास्ते ऐसियां मिसालां वरतियां जांदियां हन जिन्हां दे बारे लोकां नूं पहलां तो ही अंदाज़ा हुंदा है कि इहदे विचों की मैसेज लिया जा सकता है। तो उत्थे जो लफ्जी मैने हुंदे हन मिसाल दे उन्हां दे मगर नहीं जाया जाता, उहदे अंदरों जो मैसेज मिलता है उहदे वास्ते ध्यान रखा जाता है। तो हुण भगत नामदेव जी के शब्द दे विच
ਪਰਾਏ ਪੁਰਖ ਦੇ ਨਾਲ ਸੰਬੰਧ ਜੋੜਨਾ ਉਹ ਮੈਸੇਜ ਨਹੀਂ ਹੈ। ਮੈਸੇਜ ਹੈ ਕਿ ਉਹ ਪ੍ਰੀਤ ਕਿੰਨੀ ਡੂੰਘੀ ਹੈ, ਕਿਤਨੀ ਗਹਿਰੀ ਹੈ। तो उन्नी ही प्रीत गहरी नामदेव जी की प्रभु के नाल है। इस शब्द में भगत कबीर जी की अपनी प्रीत की जो गहराई है उन्होंने डिस्क्राइब करने वास्ते ग्वालना का जो कृष्ण जी के नाल प्यार का संबंध है वो मिसाल दे के अपनी गल स्पष्ट करते हैं। इसी तरह का ही भगत नामदेव जी का भी एक होर शब्द है जिदे उन्होंने कृष्ण जी का जो होर स्वरूप ग्वालना के मन के वसिया होंदा है उन्होंने भी वो वरतों की है। वो शब्द आंदा है कि तन तन और राम बेन बाजै मधुर मधुर धुन अनहद गाजै। और सोचने वाली गल यह है कि उन्होंने लफज वरत्या है राम बेन, जबकि गल कर रहे हैं कृष्ण जी की। तो ये राग माली घोड़ा भगत नामदेव जी का शब्द है, तन तन वो राम बेन बाजै मधुर मधुर धुन अनहत गाजै। अनहत धुन की गल कर रहे हैं। पहली गल तो यह है कि बंसरी के नाल अनहत धुन नहीं निकलती, वो आहट वाली धुन होंगी है, अनहत धुन होंगी है जो अकाल पुरख का हुक्म दी है। तो गल इतने भगत नामदेव जी प्रभु के हुक्म की बंसरी की गल कर रहे हैं। उन्होंने लफज राम बेन वरत लिया है कि सर्व व्यापक रमैया राम जिहदे हुक्म की बंसरी वज रही है और वो बड़ी मधुर मधुर धुन है जो लगातार एक रस बजती है। हुण सोचने वाली गल है कि जिहड़ी कृष्ण जी बंसरी बजाते सीगे ਉਹਨੂੰ ਰਾਮਬੇਨ ਕਿਸੇ सूरत भी नहीं कहा जा सकता, ना अज तक किसी ने लफज वरत्या उन्होंने वास्ते। ਤੇ ना ही वो धुन अनहत है, भाव एक रस लगातार वजन वाली नहीं है, वो उन्ना ही चिर वजदी है जिन्ना चिर उन्होंने बजाया जाता है। तो इस करके इत्थे जो भावर्थ है भगत नामदेव जी के शब्द का वो यही है कि परमात्मा के हुक्म की बंसरी वज रही है जिहड़ी सारी सृष्टि के उपर अपना प्रभाव पा रही है और बड़ी मधुर लग रही है। तो इसलिए जो शब्द के अंदर कंटैक्सट होवे ਉਹਦਾ ध्यान रख के और रहाव के शब्द के जो विचार होंगे हैं उन्होंने ध्यान च रख के बाकी के पदियों के विचार रखनी चाहिए है। इतना ही वचन प्रवान करने ही होइयां भुल्लां दी खिमा। वाहिगुरू जी का खालसा वाहिगुरू जी की फतेह। सवाल वाले शब्द तो इलावा वीर MP ਸਿੰਘ जी ने होर भी गुरबाणी के शब्द जिहड़े ने वो बड़े अच्छे तरीके नाल खोल के दसे ने ते कि ਅਸੀਂ ਲਫ਼ਜ਼ਾਂ ਨਾਲ ਨਹੀਂ ਜੁੜਨਾ, ਭਾਵ ਨਾਲ ਜੁੜਨਾ। ਕਈ ਵਾਰੀ ਕੋਈ ਦਾਨਾ ਪੁਰਸ਼ ਸਾਨੂੰ ਕੋਈ ਕਹਾਣੀ ਸੁਣਾਉਂਦਾ ਤੇ ਉਹਦਾ ਮਤਲਬ ਕੋਈ ਸਾਨੂੰ ਕਹਾਣੀ ਨਾਲ ਜੋੜਨਾ ਨਹੀਂ ਹੁੰਦਾ, ਮਤਲਬ ਤੇ ਹੁੰਦਾ ਹੈ ਕਿ ਉਸ ਕਹਾਣੀ ਵਿੱਚ ਜਿਹੜਾ ਉਪਦੇਸ਼ ਮਿਲਦਾ ਅਸੀਂ ਉਹ ਗ੍ਰਹਿਣ ਕਰਨਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਸ ਵੇਲੇ ਜਿਹੜੇ ਪ੍ਰਚਲਿਤ ਮਿਸਾਲਾਂ ਸਨ ਜਾਂ ਕਈ ਹੋਰ ਐਸੀਆਂ ਜਿਹੜੀਆਂ ਕਹਾਣੀਆਂ ਜਾਂ ਪਾਤਰ ਸਨ ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਬੜੀ ਥਾਂ ਤੇ ਆਇਆ। ਔਰ ਅਕਸਰ ਇਹ ਸਵਾਲ ਸਾਡੇ ਤੇ ਕੀਤਾ ਜਾਂਦਾ ਹੈ ਵੀ ਲਓ ਜੀ ਇਹ ਲਿਖਿਆ ਉਹ ਲਿਖਿਆ, तो जवाब तो यही देईदा। तो पर सानू सारिਆਂ ਨੂੰ इस गल का ख्याल रखने की लोड़ है घट्टो घट्ट अपने लिए कि श्री गुरु ग्रंथ साहिब ਵਿੱਚ ਜਿਹੜੀਆਂ ਮਿਸਾਲਾਂ ਆਈਆਂ ਨੇ, ਉਦਾਹਰਣਾਂ ਆਈਆਂ ਨੇ, ਕਿਸੇ ਪਾਤਰ ਦਾ ਨਾਮ ਹੈ ਜਾਂ ਕਿਵੇਂ ਕੋਈ ਹੋਰ ਐਸੀ ਇਨਸੀਡੈਂਟ ਦੱਸਿਆ, ਉਹ ਕੇਵਲ ਸਾਨੂੰ ਗੁਰਮਤ ਦੇ ਰਸਤੇ ਤੇ ਚਲਾਉਣ ਲਈ, ਸਾਨੂੰ ਕਲੈਰਿਟੀ ਲਈ ਹੈ ਤਾਂ ਜੇ ਸਾਨੂੰ ਸਮਝ ਆ ਜਾਏ ਚੰਗੀ ਤਰ੍ਹਾਂ। ਕਹਾਣੀ ਸੁਣਾਈ ਤਾਂ ਜਾਂਦੀ ਹੈ ਕਿ ਕਹਾਣੀ ਦੀ ਪਕੜ ਜਲਦੀ ਮਨ ਕਰ ਲੈਂਦਾ तो उपदेश ਉਹਦੇ ਚੋਂ ਕੱਢਣਾ। तो वीर MP ਸਿੰਘ ਜੀ ਨੇ बड़े अच्छे तरीके नाल सन समझाया। सवाल करता तो संगत मैनू पूरी आस है भी ये गल क्लीयर हो गई है और अगों भी सानू क्लीयर रहेगी कि ये जिहड़े गुरबाणी विच जिवें कई होर आंदा है युगां दा जिक्र आंदा है, राम रघुवंश को आयो ਉਹਦੇ बारे भी एक दो बारी सवाल आए ने। तो असल गल ये है कि सानू उपदेश नाल जुड़ना है और गुरु साहब ने साडी सानू सौखियां तरह समझण लई ये सारियां गल्लां जिहड़ियां ने प्रचलित जिहड़ियां कहानियां ਜਾਂ ਪ੍ਰਚਲਿਤ ਪਾਤਰਾਂ ਦੇ ਨਾਂ ਜਿਹੜੇ ਨੇ ਬਾਰ-ਬਾਰ ਆਉਂਦੇ। ਤੋਂ ਧੰਨਵਾਦ ਜੀ ਚੈਟ ਦੇ ਵਿੱਚ ਨਾ ਇੱਕ ਸਤਨਾਮ ਕੌਰ ਜੀ ਦਾ ਮੈਸੇਜ ਆਇਆ, ਉਹਨਾਂ ਨੇ ਨਾ ਇਸੇ ਗੌੜੀ ਰਾਗ ਦੇ ਕਬੀਰ ਜੀ ਦਾ ਇੱਕ ਹੋਰ ਸ਼ਬਦ ਦੀਆਂ ਪੰਕਤੀਆਂ ਲਿਖ ਕੇ ਤੇ ਉਹ ਕਿਹਾ ਕਿ ਉਹਦੀ ਵੀ ਪੂਰੇ ਸ਼ਬਦ ਦੀ ਵਿਆਖਿਆ ਕਰਨਾ ਜੀ। ਤੋਂ ਇਹ ਸ਼ਬਦ ਜਿਹੜਾ ਹੈ ਬਾਅਦ ਵਿੱਚ ਜਦੋਂ ਵੀ ਸ਼ਬਦ ਵਿਚਾਰ ਦਾ ਸਮਾਂ ਹੋਏਗਾ ਉਹਦੇ ਮੁਤਾਬਕ ਲੈ ਲਿਆ ਜਾਏਗਾ। ਤੇ ਮੇਰੀ ਰਾਜਾ ਸਿੰਘ ਜੀ ਨੂੰ ਰਿਕੁਐਸਟ ਹੈ ਵੀ ਇਹ ਨੋਟ ਕਰ ਲੈਣਗੇ ਤੇ ਜਦੋਂ ਵੀ ਇਹਦਾ ਸਮਾਂ ਬਣੇਗਾ ਇਸ ਸ਼ਬਦ ਦੀ ਵਿਆਖਿਆ ਕਰਵਾ ਦਿੱਤੀ ਜਾਏਗੀ। ਠੀਕ ਹੈ। तो सतसंगियो अगला एक होर सवाल साढ़े को आया कि लावां दा पाठ आनंद कारज की रीत कदों शुरू हुई ते इस तो पहला गुरु साहिबान दे जिहड़े कारज ने वो किस धार्मिक रीति नाल कीते जांदे सन। तो मैं सवाल करता नूं और संगत नूं बेनती करांगा भी ये सवाल पहला भी एक तो ज़्यादा वारी डिस्कस हो चुका है
ਔਰ ਇਨਸੀਡੈਂਟਲੀ ਅੱਜ ਤੋਂ 2 ਦਿਨ ਪਹਿਲਾਂ ਹੀ ਜਿਸ ਵੇਲੇ ਤੁਸੀਂ ਦੇਖੋਗੇ ਜਿਸ ਗਰੁੱਪ ਵਿੱਚ ਤੁਹਾਨੂੰ ਰੋਜ਼ਾਨਾ ਇੰਟੀਮੇਸ਼ਨ ਆਉਂਦੀ ਹੈ ਇਸ ਪ੍ਰੋਗਰਾਮ ਦੀ, ਉਹਦੇ ਵਿੱਚ 2 ਦਿਨ ਪਹਿਲਾਂ 15 ਅਪ੍ਰੈਲ ਨੂੰ ਹੀ ਇਹ ਜਿਹੜੀ ਕਲਿੱਪ ਹੈ, ਵੀਡੀਓ ਹੈ, ਉਹਦੇ ਪਾਈ ਹੈ, ਜਿਹਦੇ 'ਚ ਇਹ ਲਾਵਾਂ ਦੇ ਪਾਠ ਵਾਲੀ ਗੱਲ ਜਿਹੜਾ ਅੱਜ ਸਵਾਲ ਹੈ ਇਹ ਰਿਪੀਟ ਹੋਇਆ, ਉਹਦੇ ਵਿੱਚ ਆਲਰੇਡੀ ਦਿੱਤਾ ਹੈ। ਤੇ ਮੈਂ ਸਵਾਲ ਕਰਤਾ ਨੂੰ ਔਰ ਸੰਗਤ ਨੂੰ ਬੇਨਤੀ ਕਰਾਂਗਾ ਵੀ ਜਿਹਨੇ ਦੇਖਣਾ ਹੋਵੇ ਉਹ ਕਿਰਪਾ ਕਰਕੇ 15 ਅਪ੍ਰੈਲ ਨੂੰ ਜਿਹੜੀ ਪਾਈ ਹੈ 2 ਦਿਨ ਪਹਿਲਾਂ ਸਾਡੇ ਇਸ ਗਰੁੱਪ ਦੇ ਵਿੱਚ ਜਿਹਦੇ ਆਪਾਂ ਰੋਜ਼ ਜੁੜਨੇ, ਕਿਰਪਾ ਕਰਕੇ ਉੱਥੇ ਉਹਨੂੰ ਸੁਣ ਲਿਆ ਜਾਏ। ਤੋ ਸਵਾਲ ਕਰਤਾ ਦਾ ਧੰਨਵਾਦ। ਤੋ ਸਤਸੰਗੀਓ, ਅਗਲਾ ਸਵਾਲ ਜਿਹੜਾ ਹੈ ਉਹ ਹੈ ਕਬੀਰ ਸਾਹਿਬ ਜੀ ਦੀ ਰਚਨਾ 'ਚ ਇੱਕ ਸ਼ਬਦ ਹੈ, ਨਿਤ ਉੱਠ ਕੋਰੀ ਗਾਗਰ ਆਨੈ ਲੀਪਤ ਜੀਓ ਗਿਓ। ਤੋ ਕੋਰੀ ਗਾਗਰ ਦੇ ਕੀ ਅਰਥ ਨੇ, ਇਹ ਸਵਾਲ ਕਰਤਾ ਨੇ ਪੁੱਛਿਆ। ਤੋ ਸਾਕਿਕਰ ਸਿੰਘ ਜੀ ਤੁਸੀਂ ਕਿਰਪਾ ਕਰੋ ਅਨਮਿਊਟ ਕਰ ਲਓ ਆਪਣੇ ਆਪ ਨੂੰ ਔਰ ਇਹਦਾ ਉੱਤਰ ਸਮਝਾਓ ਜੀ ਵੀ ਕੋਰੀ ਕੀ ਹੁੰਦਾ ਤੇ ਗਾਗਰ ਕੀ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਵੀਰ ਐਮਪੀ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਇਸ ਤੋਂ ਪਹਿਲਾਂ ਇੱਕ ਹੋਰ ਸ਼ਬਦ ਹੈ ਕਬੀਰ ਸਾਹਿਬ ਦਾ ਹੀ, ਅਗਰ ਉਹਨੂੰ ਡਿਸਪਲੇ ਕਰ ਦੇਣ ਤਾਂ ਬਹੁਤ ਅੱਛਾ ਹੋਏਗਾ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਇਹ 484 ਅੰਗ ਤੇ ਹੈ ਜੀ। ਠੀਕ ਹੈ ਵੀ ਤੁਸੀਂ ਸ਼ੁਰੂ ਕਰੋ ਜੀ ਔਰ ਕਰ ਦੇਣਗੇ ਡਿਸਪਲੇ। ਹਾਂਜੀ, ਇਹ ਜੋ ਵਿਚਾਰ ਅਧੀਨ ਸ਼ਬਦ ਆਇਆ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 856 ਅੰਗ ਤੇ ਹੈ, ਰਾਗ ਬਿਲਾਵਲ। ਕਬੀਰ ਸਾਹਿਬ ਦਾ ਸ਼ਬਦ ਹੈ, ਨਿਤ ਉੱਠ ਕੋਰੀ ਗਾਗਰ ਆਨੈ ਲੀਪਤ ਜੀਓ ਗਇਓ, ਤਾਨਾ ਬਾਨਾ ਕਛੂ ਨ ਸੂਝੈ ਹਰ ਹਰ ਰਸ ਲਪਟਿਓ। ਹਮਾਰੇ ਕੁਲ ਕੌਣੇ ਰਾਮ ਕਹਿਓ, ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ। ਰਹਾਓ, ਇਹ ਰਹਾਓ ਦਾ ਬੰਦ ਹੈ ਜੀ। ਕੋਰੀ ਗਾਗਰ ਤੋਂ ਸਹਿ ਸੁਭਾਈ ਇਹ ਇੱਕ ਆਮ ਭੁਲੇਖਾ ਲੱਗਣ ਦਾ ਬੜਾ ਮਤਲਬ ਚਾਂਸ ਰਹਿੰਦਾ ਹੈ ਕਿ ਕੋਰੀ ਗਾਗਰ ਵੀ ਕੋਰੇ ਬਰਤਨ ਦੀ ਗੱਲ ਹੋ ਰਹੀ ਹੈ। ਇਸੇ ਕਰਕੇ ਹੀ ਆਪਾਂ ਪਹਿਲਾਂ ਜਿਹੜਾ ਸ਼ਬਦ ਹੁਣ ਵੀਰ ਜੀ ਨੇ ਡਿਸਪਲੇ ਕੀਤਾ ਹੈ, ਆਸਾ ਰਾਗ ਦੇ ਵਿੱਚ ਹੈ ਜੀ 484 ਅੰਗ ਤੇ, ਕੋਰੀ ਕੋ ਕਾਹੂ ਮਰਮ ਨਾ ਜਾਣਾ। ਭਾਵ ਇੱਥੇ ਪ੍ਰਮਾਤਮਾ ਨੂੰ ਇੱਕ ਜੁਲਾਹੇ ਦਾ ਸੰਗਿਆ ਦਿੱਤੀ ਗਈ ਹੈ ਕਿ ਉਹਨੇ ਜਿਵੇਂ ਸਾਰੇ ਜੱਗ ਦਾ ਤਾਣਾ ਬਾਣਾ ਬੁਣਿਆ ਤੇ ਇਸ ਤਾਣੇ ਬਾਣੇ ਦੇ ਵਿੱਚ ਹੀ ਸਾਰਾ ਸੰਸਾਰ ਜਿਹੜਾ ਉਲਝਿਆ ਪਿਆ ਹੈ, ਤੇ ਉਹਦੇ ਬਾਰੇ ਕਬੀਰ ਸਾਹਿਬ ਆਪਣਾ ਵਿਚਾਰ ਦੱਸਦੇ ਹੈ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਉਸ ਪਰਮਾਤਮਾ ਰੂਪੀ ਜਲਾਹੇ ਦਾ ਕਿਸੇ ਨੇ ਵੀ ਭੇਤ ਨਹੀਂ ਜਾਣਿਆ। ਸਭ ਜੱਗ ਆਣ, ਸਾਰਾ ਜੱਗ ਨੂੰ ਲਿਆ ਕੇ ਭਾਵ ਬਣਾ ਕੇ ਤਨਾਇਓ ਤਨ, ਇਹ ਰਹਾਉ ਦਾ ਬੰਦ ਹੈ। ਅੱਗੇ ਫਿਰ ਇਸੇ ਸ਼ਬਦ ਦੇ ਅੰਤ ਵਿੱਚ ਕਹਿਤ ਕਬੀਰ ਕਾਰਗਾ ਤੋਰੀ, ਕਾਰਗਾ ਭਾਵ ਸਰੀਰ ਰੂਪੀ ਖੱਡੀ। ਕਬੀਰ ਜੀ ਕਹਿੰਦੇ ਹਨ, ਇਹ ਭਾਈ ਜਦੋਂ ਇਹ ਸਰੀਰ ਰੂਪੀ ਖੱਡੀ ਤੋੜ ਦਿੱਤੀ ਤਾਂ ਫਿਰ ਸੂਤੈ ਸੂਤ ਮਿਲਾਏ ਕੋਰੀ, ਭਾਵ ਉਹ ਪਰਮਾਤਮਾ ਜੋਤ ਨੂੰ ਜੋਤ ਵਿੱਚ ਮਿਲਾਉਂਦਾ ਹੈ, ਜਿਵੇਂ ਸੂਤ ਨੂੰ ਸੂਤ ਵਿੱਚ ਜੁਲਾਹਾ ਮਿਲਾ ਦਿੰਦਾ ਹੈ। ਇਸੇ ਤਰ੍ਹਾਂ ਹੀ ਉਹ ਜਿਹੜਾ ਪਰਮਾਤਮਾ ਹੈ, ਪਰਮਾਤਮਾ ਰੂਪੀ ਜੁਲਾਹਾ, ਉਹ ਜੋਤ ਨੂੰ ਜੋਤ ਵਿੱਚ ਮਿਲਾਉਂਦਾ ਹੈ, ਜਿਵੇਂ ਕਿ ਜੁਲਾਹਾ ਸੂਤ ਨੂੰ ਸੂਤ ਵਿੱਚ ਮਿਲਾ ਦਿੰਦਾ। ਸੋ ਇਸ ਤੋਂ ਸਪਸ਼ਟ ਹੈ ਕਿ ਇੱਥੇ ਕੋਰੀ ਗਾਗਰ ਨਹੀਂ ਬਲਕਿ ਕੋਰੀ ਜੁਲਾਹਾ। ਸੋ ਨਿਤ ਉੱਠ, ਰੋਜ਼ਾਨਾ ਉੱਠ ਕੇ ਜੁਲਾਹਾ ਗਾਗਰ ਲਿਆਉਂਦਾ ਹੈ। ਲੀਪਤ ਜੀਓ ਗਇਓ, ਇਸ ਤਰ੍ਹਾਂ ਕਰਦਿਆਂ ਇਹਦੇ ਵਿੱਚ ਲਿਪਤ ਹੋਇਆਂ ਉਹਦਾ ਜਿਹੜਾ ਜੀਓ ਸਾਰੀ ਉਮਰ ਬੀਤ ਗਈ ਹੈ, ਭਾਵ ਉਹ ਇਹਦੇ ਵਿੱਚ ਹੀ ਲਿਪਤ ਰਿਹਾ ਤੇ ਤਾਣਾ ਬਾਣਾ ਕਛੂ ਨਾ ਸੂਝੇ। ਇਹ ਜਿਹੜੇ ਸ਼ਬਦ ਹੈ ਇਸ ਤੋਂ ਪਹਿਲਾਂ ਮਤਲਬ ਕਿ ਕਬੀਰ ਸਾਹਿਬ ਦੇ ਲਿਖੇ ਹੋਏ, ਲੇਕਿਨ ਉਹ ਆਪਣੀ ਮਾਤਾ ਜੀ ਦੇ ਮੂੰਹੋਂ ਕਢਵਾ ਰਹੇ ਨੇ। ਜਿਵੇਂ ਕਿ ਸਿੱਧ ਗੋਸ਼ਟ ਦੇ ਵਿੱਚ ਬਾਣੀ ਤਾਂ ਸਾਰੀ ਗੁਰੂ ਸਾਹਿਬ ਨੇ ਲਿਖੀ ਹੈ, ਲੇਕਿਨ ਕੁਝ ਸਵਾਲ ਉਹਨਾਂ ਨੇ ਜਿਹੜੇ ਉਹ ਜੋਗੀਆਂ ਦੇ ਮੂੰਹੋਂ ਕਢਵਾਏ ਨੇ। ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਜੋਗੀਆਂ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ। ਇਸੇ ਤਰ੍ਹਾਂ ਹੀ ਜਦੋਂ ਉਹਦੀ ਮਾਤਾ ਕਹਿੰਦੀ ਹੈ, ਹਮਾਰੇ ਕੁਲ ਕੌਣੇ ਰਾਮ ਕਹਿਓ, ਭਾਵ ਸਾਡੇ ਪਰਿਵਾਰ ਵਿੱਚ ਕਿਹਨੇ ਰਾਮ ਦਾ ਨਾਮ ਲਿਆ, ਭਾਵ ਕਿਸੇ ਨੇ ਰਾਮ ਦਾ ਨਾਮ ਨਹੀਂ ਲਿਆ। ਇਹ ਕੇਵਲ ਇੱਕ ਕਬੀਰ ਹੀ ਹੈ ਜਿਹੜਾ ਰਾਮ ਰਾਮ ਕਰਦਾ ਰਹਿੰਦਾ। ਇਹਦਾ ਮਤਲਬ ਇਹ ਨਹੀਂ ਹੈ
ਕਿ ਇਹ ਬਾਣੀ ਉਹਦੀ ਮਾਤਾ ਨੇ ਜਾਂ ਇਹ ਸ਼ਬਦ ਜਾਂ ਇਹ ਇੱਕ ਬੰਦ ਉਹਨਾਂ ਦੀ ਮਾਤਾ ਦਾ ਉਚਾਰਨ ਕੀਤਾ ਹੈ। ਇਹ ਇੱਕ ਗੁਰਬਾਣੀ ਲਿਖਣ ਦਾ ਢੰਗ ਹੈ, ਜੋ ਉਹਨਾਂ ਦਾ ਵਿਚਾਰ ਹੈ। ਉਹ ਕੋਈ ਵੀ ਸ਼ਬਦ ਕਿਸੇ ਦੇ ਮੂੰਹੋਂ ਕਢਾ ਕੇ ਆਪਣੀ ਇੱਕ ਵਿਚਾਰਧਾਰਾ ਪੇਸ਼ ਕਰਦੇ ਆ। ਸੋ ਇੱਥੇ ਸਪਸ਼ਟ ਹੈ ਕਿ ਜਿਹੜਾ ਕੋਰੀ ਸ਼ਬਦ ਹੈ ਉਹ ਜਲਾਹੇ ਵਾਸਤੇ ਵਰਤਿਆ ਗਿਆ। ਉਹ ਜਲਾਹਾ ਰੋਜ਼ਾਨਾ ਉੱਠ ਕੇ ਪਾਣੀ ਦੀ ਗਾਗਰ ਲਿਆਉਂਦਾ ਹੈ ਤੇ ਜਿਹੜਾ ਉਹਦੇ ਵਿੱਚ ਲਿਪਤ ਰਹਿੰਦਾ ਸੀ, ਭਾਵ ਇਹ ਇੱਕ ਬੰਦੇ ਦਾ ਸੁਭਾਅ ਹੁੰਦਾ, ਲਿਪਤ ਹੋਣਾ, ਲਿਪਤ ਰਹਿਣਾ ਤੇ ਜੀਓ ਗਏ। ਉਹ ਜਿਹੜਾ ਇਹਦੇ ਵਿੱਚ ਹੀ ਲਿਪਤ ਰਹਿੰਦਾ ਸੀ, ਭਾਵ ਅਸੀਂ ਵੀ ਕੋਈ ਵੀ ਕੰਮ ਕਰਦੇ ਹਾਂ ਤੇ ਰੋਜ਼ਾਨਾ ਉੱਠ ਕੇ ਸਭ ਤੋਂ ਪਹਿਲਾਂ ਸਾਨੂੰ ਇੱਕ ਮਨ ਦੇ ਵਿੱਚ ਫਿਕਰ ਹੁੰਦਾ ਹੈ ਵੀ ਸਵੇਰੇ ਉੱਠ ਕੇ ਇਹ ਕੰਮ ਕਰਨਾ ਹੈ, ਤੇ ਸਾਡਾ ਜਿਹੜਾ ਮਨ ਆ ਉਸੇ ਦੇ ਵਿੱਚ ਹੀ ਲਿਪਤ ਰਹਿੰਦਾ। ਪਰ ਹੁਣ ਉਹ ਜਿਹੜਾ ਲਿਪਤ ਜੀਓ ਸੀ ਉਹ ਚਲਿਆ ਗਿਆ। ਇੱਥੇ ਜੀਓ ਪੁਲਿੰਗ ਇੱਕ ਵਚਨ ਹੈ ਤੇ ਗਇਓ ਦੀ ਕਿਰਿਆ ਵੀ ਚਲਾ ਗਿਆ, ਭਾਵ ਉਹ ਜਿਹੜਾ ਲਿਪਤ ਸੀਗਾ ਮਨ, ਉਹਦਾ ਸੁਭਾਅ ਬਦਲ ਗਿਆ। ਹੁਣ ਉਹ ਪਹਿਲਾਂ ਵਾਲਾ ਨਹੀਂ ਰਿਹਾ। ਤਾਣਾ ਬਾਣਾ ਕਛੂ ਨਾ ਸੂਝੇ, ਹੁਣ ਉਹਨੂੰ ਤਾਣਾ ਬਾਣਾ ਦੀ ਕੋਈ ਫਿਕਰ ਨਹੀਂ, ਉਹਨੂੰ ਤਾਣਾ ਬਾਣਾ ਕਛੂ ਨਾ ਸੂਝੇ, ਕੁਝ ਨਹੀਂ ਸੋਚਦਾ ਹੈ। ਫਿਰ ਉਹ ਅੱਗੇ ਕਰਦਾ ਕੀ ਹੈ? ਕਬੀਰ ਜੀ ਕਰਦੇ ਕੀ ਹੈ? ਹਰ ਹਰ ਰਸ ਲਪਟਿਓ। ਹੁਣ ਕਬੀਰ ਜੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਪਟੇ ਰਹਿੰਦੇ ਹਨ, ਭਾਵ ਮਸਤ ਰਹਿੰਦੇ ਹਨ, ਮਗਨ ਰਹਿੰਦੇ ਹਨ। ਇਹ ਸ਼ਬਦ ਉਹਨਾਂ ਨੇ ਆਪਣੀ ਮਾਤਾ ਦੇ ਮੂੰਹੋਂ ਕਢਵਾਏ ਨੇ, ਲੇਕਿਨ ਲਿਖਣ ਵਾਲੇ ਕਬੀਰ ਜੀ ਖੁਦ ਆਪ ਹੀ ਹਨ। ਹਮਾਰੇ ਕੁਲ ਕੌਣੇ ਰਾਮ ਕਹਿਓ, ਸਾਡੇ ਪਰਿਵਾਰ ਵਿੱਚ ਕਿਸੇ ਨੇ ਰਾਮ ਦਾ ਨਾਮ ਨਹੀਂ ਲਿਆ, ਭਾਵ ਕੌਣ ਹੈ ਜਿਹਨੇ ਰਾਮ ਦਾ ਨਾਮ ਲਿਆ? ਜਬਕਿ ਮਾਲਾ ਲਈ ਨਿਪੂਤੇ। ਇੱਥੇ ਨਿਪੂਤ ਭਾਵ ਕਿਸੇ ਨੂੰ ਨੀਵਾਂ ਦਿਖਾਉਣਾ ਹੋਵੇ ਤਾਂ ਉਹਨੂੰ ਅਸੀਂ ਔਤਰਾ ਨਿਪੁੱਤਾ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਹੀ ਕਬੀਰ ਦੀ ਮਾਤਾ ਵੀ ਕਬੀਰ ਜੀ ਨੂੰ ਇਹ ਕਹਿੰਦੇ ਹੋਏ ਜਬਕਿ ਮਾਲਾ, ਜਦੋਂ ਦੀ ਇਹ ਮਾਲਾ ਇਹ ਨਪੂਤ ਨੇ ਲਈ ਹੈ, ਉਤਰੇ ਨੇ ਲਈ ਹੈ, ਤਬ ਤੇ ਸੁੱਖ ਨਾ ਭਇਓ, ਉਦੋਂ ਤੋਂ ਸਾਡੇ ਪਰਿਵਾਰ ਵਿੱਚ ਸਾਨੂੰ ਕੋਈ ਸੁੱਖ ਨਹੀਂ ਪਿਆ, ਭਾਵ ਇਹਨੇ ਤਾਨਾ ਬੋਨਾ ਛੱਡ ਕੇ ਕੇਵਲ ਰਾਮ ਨਾਮ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਇਹ ਰਹਾਉ ਦਾ ਬੰਦ ਹੈ ਜੀ। ਸੋ ਮੈਂ ਸਮਝਦਾ ਵੀ ਜ਼ਿਆਦਾ ਟਾਈਮ ਦੀ ਬਜਾਏ ਜੋ ਉਹਨਾਂ ਨੇ ਪੁੱਛਿਆ ਸੀ ਕੋਰੀ ਗਾਗਰ, ਇਹ ਕੋਰੀ ਗਾਗਰ ਨਹੀਂ ਹੈ, ਕੋਰੀ ਜੁਲਾਹਾ ਹੈ ਤੇ ਗਾਗਰ ਇੱਕ ਪਾਣੀ ਲਿਆਉਣ ਵਾਲਾ ਬਰਤਨ ਹੈ। ਸੋ ਉਹਨਾਂ ਨੂੰ ਉੱਤਰ ਮਿਲ ਗਿਆ ਹੋਵੇਗਾ ਜੀ। ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। तो ਵੀਰ ਜੀ ਆਪ ਜੀ ਦਾ ਧੰਨਵਾਦ ਹੈ। तो ਸਾਧ ਸੰਗਤ ਜੀ ਦੇਖੋ ਅਕਸਰ ਸੁਣਦੇ ਹਾਂ ਇਹਨਾਂ ਸ਼ਬਦਾਂ ਦੀ ਵਿਚਾਰ ਵਿੱਚ ਬਈ ਜ਼ਰੂਰੀ ਨਹੀਂ ਕਿ ਜੋ ਸ਼ਬਦਾਰਥ ਹੈ, ਸ਼ਬਦ ਦਾ ਅਰਥ ਹੈ, ਉਹੀ ਇੱਥੇ ਲੱਗਦਾ ਹੈ। ਬਹੁਤੀਆਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਦਾ ਭਾਵ ਲੱਗਦਾ ਹੈ। ਸੋ ਭਾਵ ਸਮਝਣ ਲਈ ਸਾਨੂੰ ਜਿਵੇਂ ਹੁਣ MPC ਨੇ ਦੱਸਿਆ ਸੀ, ਰਹਾਉ ਦੀ ਤੋਂ ਬੜੀ ਜ਼ਰੂਰੀ ਹੈ, ਰੈਫਰੈਂਸ ਟੂ ਦਾ ਕੰਟੈਕਸਟ ਬੜਾ ਜ਼ਰੂਰੀ ਹੈ, ਤੇ ਆਪਾਂ ਭਾਵ ਨਾਲ ਜੁੜਨਾ ਹੈ। ਕਿਉਂਕਿ ਅੱਖਰ ਜਿਹੜੇ ਨੇ ਮਿਲਦੇ ਹੁਣ, ਜਿਵੇਂ ਅੱਜ ਇਹ ਬੜਾ ਸਾਨੂੰ ਨੋਟ ਕਰਨ ਵਾਲਾ ਵੀ ਕੋਰੀ ਲਫ਼ਜ਼ ਜਿਹੜਾ ਹੈ ਤੌਰ ਤੇ ਬਿਲਕੁਲ ਠੀਕ ਹੈ, ਅਨਯੂਜ਼ ਨਵੇਂ ਭਾਂਡੇ ਲਈ ਵਰਤਿਆ ਜਾਂਦਾ ਹੈ, ਪਰ ਕੋਰੀ ਦਾ ਅਰਥ ਜੁਲਾਹਾ ਵੀ ਹੈ। ਸੋ ਇਹਦੇ ਨਾਲ ਸਾਡੇ ਜਿੱਥੇ ਗਿਆਨ 'ਚ ਵਾਧਾ ਹੁੰਦਾ ਹੈ, ਉੱਥੇ ਮੈਨੂੰ ਅੱਗੋਂ ਯਕੀਨ ਹੈ ਵੀ ਜਿਸ ਵੇਲੇ ਆਪਾਂ ਹੁਣ ਸਹਿਜ ਪਾਠ ਕਰਾਂਗੇ, ਕਿ ਜਿੰਨੇ ਆਪਾਂ ਸ਼ਬਦ ਸੁਣ ਰਹੇ ਹਾਂ ਅੱਗੇ ਤੋਂ ਸਹਿਜ ਪਾਠ ਕਰਨ ਵਿੱਚ ਸਾਨੂੰ ਅੱਗੇ ਨਾਲੋਂ ਜ਼ਿਆਦਾ ਆਨੰਦ ਆਏ। ਤੋ ਸਮਾਂ ਆਪਣੀ ਚਾਲ ਦੌੜ ਰਿਹਾ ਤੇ ਅਸੀਂ ਸਵਾਲ ਜਿਹੜੇ ਨੇ ਉਹ ਜਿੰਨੇ ਹੋ ਸਕਣਗੇ ਜ਼ਰੂਰ ਲਵਾਂਗੇ। ਮੈਂ ਇੱਕ ਬੇਨਤੀ ਕਰਦਾ ਡਾਕਟਰ ਸੁੰਦਰ ਸਿੰਘ ਜੀ, ਆਪ ਜੀ ਨੇ ਜਿਹੜਾ ਸਵਾਲ ਭੇਜਿਆ ਉਹ ਸਾਨੂੰ ਬਿਲਕੁਲ ਕੱਲ੍ਹ ਹੀ ਮਿਲਿਆ, ਤੇ ਇਸ ਕਰਕੇ ਅੱਜ ਇਨਕਲੂਡ ਨਹੀਂ ਕਰ ਸਕੇ, ਖਿਮਾ ਦੇਣਾ। ਅਗਲੇ ਹਫਤੇ ਸਭ ਤੋਂ ਪਹਿਲਾਂ ਆਪ ਜੀ ਦਾ ਸਵਾਲ ਹੀ ਲਿਆ ਜਾਏਗਾ। ਡਾਕਟਰ ਸੁੰਦਰ ਸਿੰਘ ਦੀ ਬੇਨਤੀ। ਤਾਂ ਆਓ ਸਤ ਸੰਗੀਓ, ਇੱਕ ਸਾਡੇ ਕੋਲ ਸਵਾਲ ਆਇਆ ਸੀ ਵੀ ਭਾਈ ਘਰਈਆ ਜੀ ਤੋਂ ਸੇਵਾ ਪੰਥੀ ਜਿਹੜੀ ਸੰਪਰਦਾ ਹੈ ਕਿਆ ਉਹਨਾਂ ਤੋਂ ਸ਼ੁਰੂ ਹੋਈ ਹੈ? ਤਾਂ ਮੈਂ ਵੀਰ ਤਜਿੰਦਰ ਸਿੰਘ ਬੇਨਤੀ ਕਰਾਂਗਾ ਵੀ ਥੋੜੇ ਜਿਹੇ ਸ਼ਬਦਾਂ ਵਿੱਚ ਸਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਿਓ। ਭਾਈ ਘਨਈਆ ਜੀ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਸਵਾਲ ਪੁੱਛਿਆ ਭਾਈ ਕਨਈਆ ਜੀ ਬਾਰੇ, ਭਾਈ ਕਨਈਆ ਜੀ ਪੰਥ ਵਿੱਚ ਬੜੇ ਹੀ ਸਤਿਕਾਰਤ ਇੱਕ ਵਿਅਕਤੀ ਦੇ ਤੌਰ ਦੇ ਉੱਪਰ, ਗੁਰਸਿੱਖ ਦੇ ਤੌਰ ਦੇ ਉੱਪਰ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਨੰਦ ਜਿਹੜੀ ਹੈ ਉਹ ਕਿਰਪਾ ਹੋਈ ਹੈ। तो ਭਾਈ ਕਨਈਆ ਜੀ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਈ ਅਜਿਹੀਆਂ ਰੂਹਾਂ ਸੰਸਾਰ ਉੱਤੇ ਆਉਂਦੀਆਂ ਹਨ ਜੋ ਮਨੁੱਖੀ ਰੂਪ ਵਿੱਚ ਹੁੰਦਿਆਂ ਹੋਇਆਂ ਵੀ ਹਰ ਲੋਭ ਲਾਲਚ ਤੋਂ ਉੱਪਰ ਉੱਠ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਦੁਨੀਆ ਤੋਂ ਚਲੀਆਂ ਜਾਂਦੀਆਂ ਹਨ, ਔਰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚਾਨਣ ਮਨਾਰਾ ਬਣ ਕੇ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹਿੰਦੀਆਂ ਹਨ। ਅਜਿਹੀ ਸ਼ਖਸੀਅਤ ਵਾਲੇ ਸੀ ਭਾਈ ਕਨਈਆ ਜੀ,
ਜਿਨ੍ਹਾਂ ਨੇ ਗੁਰਬਾਣੀ ਨੂੰ ਸਿਰਫ ਪੜ੍ਹਿਆ ਹੀ ਨਹੀਂ, ਉਸ ਉੱਤੇ ਅਜਿਹਾ ਅਮਲ ਕੀਤਾ ਕਿ ਉਹ ਆਪਣੀ ਸਾਰੀ ਜ਼ਿੰਦਗੀ ਬਿਨਾਂ ਕਿਸੇ ਜਾਤ ਜਾਂ ਮਜ਼ਹਬ, ਦੋਸਤ ਜਾਂ ਦੁਸ਼ਮਣ, ਆਪਣਾ ਜਾਂ ਪਰਾਇਆ, ਬਿਨਾਂ ਕਿਸੇ ਭੇਦਭਾਵ ਜਾਂ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਕਰਨ ਖਾਤਰ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹਨਾਂ ਨੇ ਕੁਰਬਾਨ ਕੀਤੀ। ਮੈਂ ਸੰਖੇਪ ਵਿੱਚ ਭਾਈ ਸਾਹਿਬ ਜੀ ਦਾ ਜੀਵਨ ਦੱਸਾਂਗਾ। ਭਾਈ ਕਨ੍ਹਈਆ ਜੀ ਦਾ ਜਨਮ ਪਿੰਡ ਸੋਧਰਾ ਨੇੜੇ ਵਜ਼ੀਰਾਬਾਦ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਵਿੱਚ ਸਨ 1648 ਈਸਵੀ ਨੂੰ ਹੋਇਆ। ਆਪ ਜੀ ਦੇ ਪਰਿਵਾਰ ਜਿਹੜੇ ਪਿਤਾ ਜੀ ਸਨ ਭਾਈ ਨੱਥੂ ਰਾਮ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਸੁੰਦਰੀ ਜੀ ਇਤਿਹਾਸ ਵਿੱਚ ਆਉਂਦਾ ਹੈ। ਉਹ ਇੱਕ ਅਮੀਰ ਵਪਾਰੀ ਸਨ ਤੇ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਸਪਲਾਈ ਕਰਦੇ ਸਨ। ਆਮ ਤੌਰ ਤੇ ਅਸੀਂ ਜਦੋਂ ਭਾਈ ਕਨ੍ਹਈਆ ਜੀ ਦਾ ਜੀਵਨ ਸੁਣਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਇਹ ਇੱਕ ਆਮ ਤੌਰ ਦੇ ਉੱਪਰ ਹੀ ਗੁਰਸਿੱਖ ਸਨ ਤੇ ਜਿਨ੍ਹਾਂ ਨੇ ਇਹ ਸੇਵਾ ਕਰਕੇ ਤੇ ਆਪਣਾ ਗੁਰੂ ਮਹਾਰਾਜ ਦੀ ਕਿਰਪਾ ਪ੍ਰਾਪਤ ਕੀਤੀ। ਉਹ ਇੱਕ ਵਪਾਰੀ ਸਨ ਤੇ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਸਪਲਾਈ ਕਰਦੇ ਸਨ। ਖੱਤਰੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਭਾਈ ਨੱਥੂ ਰਾਮ ਦਾ ਸੁਭਾਅ ਬੜਾ ਮਿੱਠਾ ਤੇ ਪਿਆਰਾ ਸੀ। ਉਹ ਇੱਕ ਖੁਸ਼ਹਾਲ ਪਰਿਵਾਰ ਸੀ, ਪਰ ਭਾਈ ਸਾਹਿਬ ਦੀ ਰੁਚੀ ਵਿਰਾਗ, ਤਿਆਗ ਤੇ ਸੇਵਾ ਦੀ ਸੀ। ਬਚਪਨ ਵਿੱਚ ਹੀ ਆਪ ਜੀ ਦੇ ਜੇਬ ਵਿੱਚ ਜਿਤਨੇ ਪੈਸੇ ਹੁੰਦੇ ਗਰੀਬਾਂ ਤੇ ਲੋੜਵੰਦਾਂ ਨੂੰ ਦੇ ਦਿੰਦੇ। ਘਰ ਵਾਲਿਆਂ ਨੇ ਇਹਨਾਂ ਨੂੰ ਆਰੇ ਲਗਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਵਿਅਰਥ। ਪੈਸਾ ਘਰ ਵਿੱਚ ਬਥੇਰਾ ਸੀ, ਸੋ ਪਿਤਾ ਜੀ ਨੇ ਇਸ ਬੱਚੇ ਨੂੰ ਇੱਕ ਅਲੱਗ ਕਮਰਾ ਬਣਵਾ ਦਿੱਤਾ ਤੇ ਮਾਇਆ ਵੀ ਖੁੱਲੇ ਦਿਲ ਨਾਲ ਦੇਣੀ ਸ਼ੁਰੂ ਕਰ ਦਿੱਤੀ ਤਾਂ ਕਿ ਆਪ ਮਨ ਚਾਹੇ ਲੋਕਾਂ ਦੀ ਸੇਵਾ ਕਰਦੇ ਰਹਿਣ। ਆਪ ਜੀ ਦੇ ਪਿਤਾ ਜੀ ਦਾ ਜਦੋਂ ਅਕਾਲ ਚਲਾਣਾ ਹੋਇਆ ਉਸ ਸਮੇਂ ਆਪ ਬਚਪਨ ਅਵਸਥਾ ਵਿੱਚ ਹੀ ਸਨ। ਜਲਦੀ ਹੀ ਘਰ ਦੀਆਂ ਜ਼ਿੰਮੇਵਾਰੀਆਂ ਆਪ ਦੇ ਮੋਢਿਆਂ ਉੱਤੇ ਆ ਪਈਆਂ। ਕੁਝ ਚਿਰ ਤਾਂ ਆਪਨੇ ਵਪਾਰ ਕੀਤਾ ਅਤੇ ਨਾਲ ਹੀ ਵਜ਼ੀਰਾਬਾਦ ਵਿਖੇ ਭਾਈ ਨਨੂਆ ਜੀ ਦੀ ਸੰਗਤ ਕੀਤੀ ਜੋ ਗੁਰੂ ਘਰ ਦੇ ਸ਼ਰਧਾਲੂ ਸਨ। ਇੱਕ ਤਾਂ ਆਪ ਦਾ ਸੁਭਾਅ ਪਹਿਲਾਂ ਤੋਂ ਹੀ ਭਗਤੀ ਵਾਲਾ ਸੀ, ਦੂਜਾ ਭਾਈ ਨਨੂਆ ਦੀ ਸੰਗਤ ਨੇ ਸੋਨੇ ਦੇ ਸੁਹਾਗੇ ਦਾ ਕੰਮ ਕੀਤਾ। ਆਪ ਆਪਣਾ ਕੰਮ ਕਾਰ ਛੱਡ ਕੇ ਸੇਵਾ ਵਿੱਚ ਜੁੜ ਗਏ। ਭਾਈ ਨਨੂਆ ਜੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਤੋਂ ਭਾਈ ਕਨ੍ਹਈਆ ਜੀ ਉਹਨਾਂ ਦੇ ਨਾਲ ਜਿਹੜੇ ਹਨ ਉਹ ਅਨੰਦਪੁਰ ਸਾਹਿਬ ਜਿਹੜੇ ਹਨ ਉਹ ਪਹੁੰਚੇ। ਉੱਥੇ ਜਾ ਕਰਕੇ ਆਪ ਨੂੰ ਬਾਕੀ ਗੁਰਸਿੱਖਾਂ ਦੇ ਨਾਲ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸੰਗਤ ਤੋਂ ਸਵਾਸ ਸਿਮਰਨ ਕਰਨ ਦੀ ਆਦਤ ਪੈ ਗਈ, ਰੁਚੀ ਬਣੀ। ਤੇ ਜਦੋਂ ਆਪ ਜੀ ਦਾ ਮਨ ਉਦਾਸ ਹੁੰਦਾ ਸੀ ਤਾਂ ਆਪ ਸਿਮਰਨ ਵਿੱਚ ਜੁੜ ਜਾਂਦੇ ਸੀ। तो 1674 ਈਸਵੀ ਵਿੱਚ ਆਪ ਉੱਤੇ ਪਹੁੰਚਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਪਹੁੰਚ ਗਏ। ਬਸ ਫਿਰ ਕੀ ਸੀ, ਆਪ ਉੱਥੇ ਦੇ ਹੀ ਹੋ ਕੇ ਰਹਿ ਗਏ। ਗੁਰੂ ਸਾਹਿਬ ਜੀ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਮੈਂ ਭਾਈ ਨਨੂਆ ਜੀ ਪਾਸੋਂ ਆਪ ਜੀ ਦੀ ਸੋਭਾ ਸੁਣੀ ਤੇ ਇੱਥੇ ਆਪ ਜੀ ਦੇ ਦਰਬਾਰ ਦੀ ਸੰਗਤ ਤੇ ਸੇਵਾ ਕਰਨ ਆਇਆ ਹਾਂ, ਹੁਣ ਮੈਨੂੰ ਕੋਈ ਸੇਵਾ ਬਖਸ਼ੋ। तो इस ਵੇਲੇ ਆਪ ਦੀ ਉਮਰ ਤਕਰੀਬਨ 22 ਸਾਲ ਸੀ। ਇੱਥੇ ਆਪ ਜੀ ਨੇ ਲੰਗਰ ਘੋੜਿਆਂ ਦੀ ਸੇਵਾ ਸੰਭਾਲ ਲਈ ਅਤੇ ਇੱਕ ਸਾਲ ਆਪ ਜੀ ਨੇ ਤਨ ਮਨ ਨਾਲ ਸੇਵਾ ਕੀਤੀ। तो ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਚਨ ਕੀਤੇ, ਤੁਹਾਡੀ ਕਾਲ ਥਾਂ ਪਈ, ਹੁਣ ਤੁਸੀਂ ਜਾਓ, ਆਪ ਵੀ ਨਾਮ ਜਪੋ ਤੇ ਹੋਰਨਾਂ ਨੂੰ ਵੀ ਨਾਮ ਜਪਾਓ। ਤੇ ਮੈਂ ਸ਼ਾਰਟ ਵੀ ਦੱਸਣਾ ਚਾਹੁੰਦਾ ਕਿ ਜਦੋਂ ਭਾਈ ਸਾਹਿਬ ਜੀ ਵਾਪਸ ਜਾ ਰਹੇ ਸਨ ਤਾਂ ਅਟਕ ਦੇ ਕੋਲ ਉਹਨਾਂ ਨੂੰ ਪਿਆਸ ਲੱਗੀ ਤਾਂ ਉਹਨਾਂ ਨੇ ਪਾਣੀ ਜਿਹੜੀ ਹੈ ਉਹਦੀ ਮੰਗ ਕੀਤੀ। 1678 ਦੀ ਗੱਲ ਹੈ। तो ਇਹ ਕਵੇ ਛੱਡ ਕੇ ਅਨੰਦਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਨੂੰ ਉਸ ਵੇਲੇ ਤੁਰ ਪਏ। ਤੇ ਰਸਤੇ ਵਿੱਚ ਜਦੋਂ ਇਹ ਨੂੰਹ ਦੇ ਕੋਲ ਪਹੁੰਚੇ ਹਨ ਤਾਂ ਉੱਥੇ ਇਹਨਾਂ ਨੂੰ ਬੜੀ ਪਿਆਸ ਲੱਗੀ। ਜਦੋਂ ਉਹਨਾਂ ਨੇ ਪਾਣੀ ਮੰਗਿਆ ਤਾਂ ਉੱਥੋਂ ਦੇ ਲੋਕ ਕਹਿਣ ਲੱਗੇ ਕਿ ਇੱਥੇ ਪਾਣੀ ਦੀ ਬੜੀ ਕਿੱਲਤ ਹੈ, ਅਸੀਂ ਆਪ ਬੜੀ ਮੁਸ਼ਕਲ ਨਾਲ ਲਿਆਨੇ ਆ ਤੇ ਕਿਸੇ ਹੋਰ ਨੂੰ ਅਸੀਂ ਕੀ ਪਿਆਣਾ। ਖੈਰ ਭਾਈ ਸਾਹਿਬ ਦਾ ਉਹਨਾਂ ਨੇ ਜਲ ਛਕਾਇਆ, ਲੇਕਿਨ ਭਾਈ ਸਾਹਿਬ ਦੇ ਮਨ ਵਿੱਚ ਇਹ ਬਿਰਤੀ ਟਿਕ ਗਈ ਕਿ ਮੈਂ ਹੁਣ ਇੱਥੇ ਪਾਣੀ ਦੀ ਹੀ ਸੇਵਾ ਜਿਹੜੀ ਹੈ ਉਹ ਕਰਨੀ ਹੈ। ਤਾਂ ਉਹ ਨੇੜੇ ਦੇ ਦਰਿਆ ਜਿਹੜਾ ਸੀ ਉਹ ਦਰੋਹ ਦਰਿਆ ਤੋਂ ਜਾ ਕਰਕੇ ਪਾਣੀ ਦਾ ਘੜਾ ਜਿਹੜਾ ਉਹ ਭਰਦੇ ਸਨ, ਇੱਕ ਘੜਾ ਫਿਰ ਦੂਜਾ ਲੈ ਆਉਂਦੇ ਸਨ। तो ਇਸ ਤਰ੍ਹਾਂ ਕਰਦੇ ਕਰਦੇ 200 ਘੜੇ ਹੋ ਗਏ। ਉਹਨਾਂ ਦੀ ਸੇਵਾ ਦੀ ਕੀਰਤੀ ਹਰ ਪਾਸੇ ਫੈਲਣ ਲੱਗੀ ਤਾਂ ਉਹਨਾਂ ਦੇ ਟਿਕਾਣੇ ਤੇ ਰੌਣਕ ਵਧਣ ਲੱਗੀ ਤੇ ਨਾਲ ਪਾਣੀ ਭਰੇ ਘੜਿਆਂ ਦੀ ਗਿਣਤੀ ਵੀ ਉਹਨਾਂ ਦਾ ਟਿਕਾਣਾ ਧਰਮਸਾਲ ਬਣ ਗਿਆ। ਮੰਜੇ ਬਿਸਤਰੇ ਵੀ ਆ ਗਏ, ਸੰਗਤ ਵੀ ਸਵੇਰੇ ਸ਼ਾਮ ਜੁੜਨ ਲੱਗੇ। तो ਭਾਈ ਸਾਹਿਬ ਨੇ ਉਦਮ ਕਰਕੇ ਇੱਕ ਖੂਹ ਵੀ ਪਟਵਾ ਲਿਆ ਤੇ ਇਸ ਤਰ੍ਹਾਂ ਕਾਫੀ ਸਮਾਂ ਆਪ ਜੀ ਇੱਥੇ ਰਹੇ। ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਗਈ 1675 ਵਿੱਚ, ਆਪ ਜੀ ਨੇ ਮੁੜ ਕੇ ਅਨੰਦਪੁਰ ਸਾਹਿਬ ਗਏ ਤੇ ਉੱਥੇ ਆਪ ਜੀ ਨੇ ਜਿਹੜੀ ਹੈ ਉਹ ਸੇਵਾ ਸੰਭਾਲੀ, ਘੋੜਿਆਂ ਦੀ ਸੇਵਾ ਕਰਨੀ, ਅਸਤਬਲ ਦੀ ਸੇਵਾ ਕਰਨੀ। तो ਹਮੇਸ਼ਾ ਹੀ ਸਿਰ ਤੇ ਕੜਾ
ਔਰ ਮਸ਼ਕ ਲੈ ਕਰਕੇ ਆਪ ਜੀ ਤੁਰਿਆ ਕਰਦੇ ਸਨ। ਉਹ ਹਾਲਾਤਾਂ ਨੇ ਜਦੋਂ ਪਲਟਾ ਮਾਰਿਆ ਤੇ ਅਨੰਦਪੁਰ ਸਾਹਿਬ ਦੀ ਜੰਗ ਸ਼ੁਰੂ ਹੋ ਗਈ ਤਾਂ ਉਸ ਵੇਲੇ ਭਾਈ ਸਾਹਿਬ ਜੀ ਆਪਣੀ ਮਸ਼ਕ ਲੈ ਕਰਕੇ ਵੀ ਜਿਹੜੇ ਦੁਸ਼ਮਣ ਸਨ ਔਰ ਜਿਹੜੇ ਫੱਟੜ ਹੁੰਦੇ ਸਨ ਸਿੱਖ ਸੈਨਿਕ ਉਹਨਾਂ ਨੂੰ ਪਾਣੀ ਪਿਲਾਉਂਦੇ ਸਨ। ਲੇਕਿਨ ਉਹ ਪਾਣੀ ਪਿਲਾਉਣ ਲੱਗਿਆ ਇਹ ਨਹੀਂ ਸਨ ਦੇਖਦੇ ਕਿ ਇਹ ਕੋਈ ਸਿੱਖ ਹੈ ਜਾਂ ਗੈਰ ਸਿੱਖ ਹੈ। ਤੋ ਇਹ ਵੇਖ ਕਰਕੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੇ ਕੰਪਲੇਂਟ ਕੀਤੀ ਕਿ ਆਪ ਅਸੀਂ ਜਿਹੜੇ ਹਨ ਵੈਰੀਆਂ ਨੂੰ ਮਾਰਨੇ ਹਾਂ ਤੇ ਭਾਈ ਕਨ੍ਹਈਆ ਜੀ ਉਹਨੂੰ ਜਲ ਸਿਖਾਉਂਦੇ ਹਨ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਕਿਹਾ ਭਾਈ ਕਨ੍ਹਈਆ ਜੀ ਨੇ ਕਿ ਮੈਂ ਤੇ ਮੁਰਦਿਆਂ ਦੇ ਮੂੰਹ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਸੁਰਜੀਤ ਕਰ ਦਿੰਦਾ ਹਾਂ। ਗੁਰੂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ ਤੁਸੀਂ ਸ਼ਾਂਤ ਨਾ ਹੋ, ਅਸੀਂ ਹੁਣੇ ਹੀ ਉਸ ਨੂੰ ਬੁਲਾ ਕਰਕੇ ਪੁੱਛ ਲੈਂਦੇ ਹਾਂ। ਤਾਂ ਭਾਈ ਕਨ੍ਹਈਆ ਜੀ ਨੇ ਵੀ ਇਹ ਗੱਲ ਕਹੀ ਕਿ ਮੈਂ ਸਤਿਗੁਰ ਵਾਹਿਗੁਰੂ ਦਾ ਜਾਪ ਕਰਦਾ ਕਰਦਾ ਜਿਹਨੂੰ ਵੀ ਮੈਂ ਦੇਖਦਾ ਉਹਦੇ ਮੂੰਹ ਦੇ ਵਿੱਚ ਮੈਂ ਪਾਣੀ ਪਾ ਦੇਣਾ। ਤਾਂ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਕਿਹਾ ਕਿ ਇਹਦੀ ਪੂਰਨ ਜਿਹੜੀ ਹੈ ਗੁਰਮੁਖਾਂ ਵਾਲੀ ਅਵਸਥਾ ਹੈ। ਤੋ ਇਹਨਾਂ ਨੂੰ ਨਾਲ ਜਿਹੜੀ ਉਹਨਾਂ ਨੇ ਇੱਕ ਮਲਮ ਦੀ ਡੱਬੀ ਦਿੱਤੀ ਤੇ ਜਿਸ ਨੂੰ ਲੈ ਕਰਕੇ ਵੀ ਤੁਸੀਂ ਜਿੱਥੇ ਪਾਣੀ ਪਿਲਾਉਂਦੇ ਹੋ ਉੱਥੇ ਤੁਸੀਂ ਇਹਨਾਂ ਨੂੰ ਮਲਮ ਨੂੰ ਵੀ ਲਗਾਓ। ਤੋ ਭਾਈ ਸਾਹਿਬ ਨੇ ਇਹ ਜਿਹੜੀ ਸੇਵਾ ਕੀਤੀ 10 ਕੁ ਸਾਲ ਆਪਣੇ ਇਲਾਕੇ ਵਿੱਚ ਹੀ ਗੁਜ਼ਾਰੇ ਪਿੰਡ ਸੋਧਰੇ ਵਿੱਚ ਤੇ 20 ਸਤੰਬਰ 1718 ਈਸਵੀ ਨੂੰ 70 ਸਾਲ ਦੀ ਉਮਰ ਭੋਗ ਕੇ ਇਹ ਕੀਰਤਨ ਸੁਣਦੇ ਅਜਿਹੀ ਸਮਾਧੀ ਲਗਾਈ ਕਿ ਗੁਰੂ ਚਰਨਾਂ ਵਿੱਚ ਜਾਪ ਰਾਜੇ। ਸੰਗਤਾਂ ਨੇ ਉਹਨਾਂ ਨੂੰ ਸਾਰੀ ਉਮਰ ਪਾਣੀ ਦੀ ਸੇਵਾ ਕਰਦਿਆਂ ਵੇਖਿਆ, ਇਸ ਲਈ ਸੰਸਕਾਰ ਕਰਨ ਦੀ ਬਜਾਏ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਗਿਆ। ਤੋ ਇਹ ਪਹਿਲੀ ਵਾਰੀ ਸੀਗੀ ਕਿ 1704 ਦੇ ਵਿੱਚ ਇੱਕ ਐਸੀ ਸੰਸਥਾ ਨੇ ਜਨਮ ਲਿਆ ਜਿਸ ਦਾ ਨਾਮ ਬਾਅਦ ਵਿੱਚ ਸੇਵਾ ਪੰਥੀ ਪੈ ਗਿਆ। ਤੋ ਇਸ ਦੇ ਅੱਜ ਵੀ ਸੈਂਕੜੇ ਥਾਵਾਂ ਤੇ ਡੇਰੇ ਹਨ। ਇਹ ਇੱਕ ਮਹਾਨ ਸਮਾਜਿਕ ਕ੍ਰਾਂਤੀ ਸੀ ਜਿਸ ਨਾਲ ਮਨੁੱਖਤਾ ਦੀ ਸੇਵਾ ਦਾ ਮੁੱਢ ਵੱਜਾ। ਮੌਜੂਦਾ ਰੈੱਡ ਕਰਾਸ ਸੰਸਥਾ ਦੀ ਸਥਾਪਨਾ 1883 ਵਿੱਚ ਹੋਈ, ਪਰ ਅਸਲ ਵਿੱਚ ਰੈੱਡ ਕਰਾਸ ਦੇ ਸੰਸਥਾਪਕ ਅਸੀਂ ਭਾਈ ਕਨ੍ਹਈਆ ਜੀ ਨੂੰ ਮੰਨਦੇ ਹਾਂ, ਜਿਨ੍ਹਾਂ ਨੇ ਤਕਰੀਬਨ 300-350 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਸੀਗੀ। ਤੋ ਭਾਈ ਕਨ੍ਹਈਆ ਜੀ ਦੀ ਬਰਸੀ ਤੇ ਪੰਜਾਬ ਰੈੱਡ ਕਰਾਸ ਵੱਲੋਂ ਕਈ ਸਾਲਾਂ ਤੋਂ ਲਗਾਤਾਰ ਜੂਨੀਅਰ ਯੂਥ ਰੈੱਡ ਕਰਾਸ ਦਿਨ 20-21-22 ਸਤੰਬਰ ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਂਦਾ ਹੈ, ਜਿੱਥੇ ਭਾਈ ਕਨ੍ਹਈਆ ਜੀ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕਰਕੇ ਮਾਨਵਤਾ ਦੀ ਸੇਵਾ ਦਾ ਕੰਮ ਆਰੰਭਿਆ ਸੀਗਾ। ਇਹਨੇ ਇੱਕ ਵਚਨ ਪ੍ਰਵਾਨ ਕਰੋ। ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਗੱਜ ਕੇ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੈੱਡ ਕਰਾਸ ਦੇ ਬਾਨੀ ਅਸਲ ਵਿੱਚ ਭਾਈ ਕਨ੍ਹਈਆ ਜੀ। ਤੋ ਸਾਧ ਸੰਗਤ ਭਾਈ ਕਨ੍ਹਈਆ ਦੀ ਜੀਵਨ ਬਾਰੇ ਬਹੁਤ ਗੱਲਾਂ ਜਿਹੜੀਆਂ ਨੇ ਉਹ ਵੀਰ ਜੀ ਨੇ ਲੱਭ ਕੇ ਸਾਨੂੰ ਦੱਸੀਆਂ ਨੇ, ਇਸ ਲਈ ਦਾ ਬਹੁਤ ਬਹੁਤ ਧੰਨਵਾਦ। ਤੋ ਸੰਗਤ ਜੀ ਮੈਂ ਇੱਕ ਵਾਰੀ ਫੇਰ ਅੱਜ ਬੇਨਤੀ ਕਰਦੇ ਹਾਂ ਕਿ 10 ਮਈ ਤੋਂ ਅਸੀਂ ਕਲਾਸ ਹਫ਼ਤੇ ਚਲਾ, ਇੱਕ ਦਿਨ ਹੀ ਹੋਏਗੀ, ਉਹ ਸ਼ੁਰੂ ਹੋ ਰਹੀ ਹੈ ਜਿਹੜੀ ਹਿੰਦੀ 'ਚ ਹੋਏਗੀ, ਤਾਂ ਜਿਹੜੇ ਹਿੰਦੀ ਭਾਸ਼ੀ ਨੇ ਜਿਹੜੇ ਹਿੰਦੀ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਨੂੰ ਵੀ ਇਹ ਜਿਹੜਾ ਪ੍ਰਚਾਰ ਦਾ ਪ੍ਰਸ਼ਾਦ ਮਿਲਣਾ ਚਾਹੀਦਾ। ਤੋ 10 ਮਈ ਤੋਂ ਸ਼ੁਰੂ ਹੋ ਰਿਹਾ, ਜ਼ੂਮ ਤੇ ਕਲਾਸ ਲੱਗਿਆ ਕਰੇਗੀ। ਦੁਨੀਆ ਦੇ ਕਿਸੇ ਕੋਨੇ 'ਚੋਂ ਕੋਈ ਵੀ ਜੁਆਇਨ ਕਰ ਸਕਦਾ। ਤੁਹਾਡੀ ਸਾਨੂੰ ਮਦਦ ਚਾਹੀਦੀ ਹੈ ਕਿ ਜਿਹੜੇ ਤੁਸੀਂ ਤੁਹਾਡੇ ਸੰਗਤ ਦੇ ਕੰਟੈਕਟ ਵਿੱਚ ਕੋਈ ਐਸੇ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਹਿੰਦੀ ਵਿੱਚ ਜ਼ਿਆਦਾ ਮੁਹਾਰਤ ਹੈ, ਕਿਰਪਾ ਕਰਕੇ ਉਹਨਾਂ ਦਾ WhatsApp ਨੰਬਰ ਸਾਡੇ ਨਾਲ ਸਾਂਝਾ ਕਰੋ ਤਾਂ ਜੀ ਅਸੀਂ ਉਹਨਾਂ ਨੂੰ ਲਿਸਟ ਵਿੱਚ ਜੁਆਇਨ ਕਰਾ ਸਕੀਏ। ਜਾਂ ਜਿਹੜਾ ਸਾਡਾ ਗਰੁੱਪ ਹੈ ਉਹਦੇ ਵਿੱਚ ਲਿੰਕ ਪਾਤਾ ਜਾਏਗਾ। ਮੈਂ ਭੈਣ ਮਨਿੰਦਰ ਕੌਰ ਜੀ ਨੂੰ ਕਹਾਂਗਾ ਵੀ ਲਿੰਕ ਜਿਹੜਾ ਗਰੁੱਪ ਵਿੱਚ ਪਾ ਦੇਣ ਤੇ ਤੁਸੀਂ ਲਿੰਕ ਜਿਹੜਾ ਸਾਂਝਾ ਕਰ ਲਓ ਤਾਂ ਜੋ ਆਪਣੇ ਆਪ ਜੁਆਇਨ ਕਰ ਲਿਆ ਕਰ। ਇਹ ਮੇਰੀ ਬੇਨਤੀ ਜਿਹੜੀ ਹੈ ਤੁਸੀਂ ਪ੍ਰਵਾਨ ਕਰਨਾ। ਤਾਂ ਸੰਗਤ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਵਾਲ ਜਵਾਬ ਦਾ ਇਹ ਜਿਹੜਾ ਸੈਸ਼ਨ ਹੈ ਇਹਨੂੰ ਤੁਹਾਡਾ ਬੜਾ ਭਰਪੂਰ ਹੁੰਗਾਰਾ ਮਿਲਦਾ। ਆਪ ਜੀ ਵੱਲੋਂ ਸਾਨੂੰ ਅਗਵਾਈ ਮਿਲਦੀ ਹੈ, ਸਵਾਲ ਵੀ ਆਉਂਦੇ ਨੇ, ਫੀਡਬੈਕ ਵੀ ਆਉਂਦੀ ਹੈ। ਅੱਜ ਵੀ ਦੇਖੋ ਗਰੁੱਪ ਚੈਟ ਵਿੱਚ ਸਾਨੂੰ ਕੁਝ ਸੁਜੈਸ਼ਨ ਪਾਈਆਂ ਨੇ, ਇਹ ਸਾਨੂੰ ਹੋਰ ਮੋਟੀਵੇਟ ਕਰਦੀਆਂ ਨੇ। ਸਤਿਗੁਰੂ ਕਿਰਪਾ ਕਰਨ ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇ, ਤੁਹਾਡੀ ਕੋਆਪਰੇਸ਼ਨ ਨਾਲ ਚੱਲੇਗਾ। ਮੈਂ ਪੈਨਲ ਮੈਂਬਰਾਂ ਦਾ ਧੰਨਵਾਦ ਕਰਦਾ ਵੀ ਜਿਹੜੇ ਮਿਹਨਤ ਕਰਕੇ ਉੱਤਰ ਲੱਭ ਕੇ ਸਾਡੇ ਕੋਲ ਲਿਆਉਂਦੇ ਨੇ। ਤੋ ਪੈਨਲ ਮੈਂਬਰ ਸਾਰੀ ਸੰਗਤ ਦਾ ਵੀ ਧੰਨਵਾਦ ਹੀ ਹੈ ਕਿ ਤੁਸੀਂ ਸਾਨੂੰ ਆਪਣਾ ਮਿਹਰ ਭਰਿਆ ਹੱਥ ਜਿਹੜਾ ਸਾਡੇ ਸਿਰ ਤੇ ਰੱਖਦੇ ਹੋ। ਆਸ ਹੈ ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਚੱਲਦੀ ਰਹੇਗੀ। ਤੋ ਅਸੀਂ ਨਾਮ ਬਾਣੀ ਦਾ ਪ੍ਰਵਾਹ ਜਿਹੜਾ ਹੈ ਉਹਦੇ 'ਚੋਂ ਅਸੀਂ ਵੀ ਆਨੰਦ ਲੈਂਦੇ ਆਪਣਾ ਜੀਵਨ ਗੁਜ਼ਾਰ ਰਹੇ ਹਾਂ। ਸਭ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਨੂੰ ਨਿਭਾਉਂਦਿਆਂ ਹੋਈਆਂ ਬਹੁਤ ਸਾਰੀਆਂ ਗਲਤੀਆਂ ਲਈ ਮੈਂ ਔਰ ਪੈਨਲ ਮੈਂਬਰ ਆਪਸ ਵਿੱਚ ਖਿਮਾ ਮੰਗਦੇ ਹਾਂ ਔਰ ਸਤਿਗੁਰੂ ਕਿਰਪਾ ਕਰਨ ਔਰ ਸੰਗਤ ਬਖਸ਼ਿਸ਼ ਕਰੇ ਕਿ ਅਸੀਂ ਸਹੀ ਤਰੀਕੇ ਨਾਲ ਇਨ ਪ੍ਰੋਗਰਾਮ ਨੂੰ ਚਲਾਉਂਦੇ ਰਹੀਏ ਤੇ ਇਸੇ ਤਰ੍ਹਾਂ ਮਿਲਦੇ ਰਹੀਏ। ਆਓ ਸੰਗਤ ਜੀ ਸਾਨੂੰ ਹੁਣ ਖੁਸ਼ੀਆਂ ਬਖਸ਼ੋ। ਅਗਲੇ ਹਫ਼ਤੇ ਫੇਰ ਤੁਹਾਡੇ ਸਵਾਲ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।